श्री वाहेगुरु साहिब जी। नाम रते सिद्ध गोष्ठ होय, नाम रते सदा तप होय, नाम रते सच करनी सार, नाम रते गुण ज्ञान विचार, नाम रते सिद्ध गोष्ठ हो। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगे अटल शब्दा अवतार, दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। सतगुरां दी पवित्र अमृत बाणी दी कथा विचार सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। नाम रते पावै मोख द्वार। कल आप सरवण कर रहे सी कि जो वाहिगुरु नाम दे विच रंगे होए ने वो गुरमुख प्यारे संसार समुंदर तो पार हो के मोख मुक्ति रूप द्वार दरवाजे नूं पा लैंदे हन। इसे प्रकार नाम रते पावै मोख द्वार। जो वाहिगुरु नाम दे विच रते होए ने वो गुरमुख मुक्ति की प्राप्ति वाले ब्रह्म ज्ञान रूप दरवाजे नूं पा लैंदे हन। नाम रते त्रिपावन सोझी होय। जो वाहिगुरु नाम दे विच रचे होए हन उन्हां नूं तिन्नां भवनां तिन्नां लोकां दी ब्रह्म रूपता आदि करके समझ हो जाती है कि इस वक्त तिन्नां लोकां दे विच की वरतारा वरत रहा है। इस प्रकार नाम रते त्रिपावन सोझी होय। जो वाहिगुरु नाम दे विच रचे होए हन तिन्नां लोकां विच पाउण वाले मन नूं रोकण दी उन्हां नूं सोझी समझ हो जाती है। इस प्रकार नाम रते त्रिपावन सोझी होय। जो वाहिगुरु नाम दे विच रते होए ने उन्हां नूं तिन भवनां दी तरह जागृत सुपन सखोपत अवस्था विच जो चेतन ब्रह्म व्यापक है उसकी सोझी हो जाती है। नानक नाम रते सदा सुख होय।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਵਾਹਿਗੁਰੂ ਨਾਮ ਦੇ ਵਿੱਚ ਰੰਗੇ ਰਚੇ ਹੋਏ ਹਨ, ਉਹਨਾਂ ਨੂੰ ਸਦਾ ਹਮੇਸ਼ਾ ਰਹਿਣ ਵਾਲਾ ਆਤਮਿਕ ਸੁਖ, ਆਤਮਿਕ ਆਨੰਦ ਉਹ ਪ੍ਰਾਪਤ ਹੋ ਜਾਂਦਾ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ। ਇਹ ਸਿੱਧੋ ਤੁਹਾਡੇ ਚਿੱਤ ਵਾਹਿਗੁਰੂ ਨਾਮ ਦੇ ਵਿੱਚ ਰੰਗੇ ਜਾਣ ਕਰਕੇ ਹੀ ਤੁਹਾਡੀ ਸਿੱਧਾ ਨਾਲ ਸਾਡੀ ਗੋਸ਼ਟ ਚਰਚਾ ਹੋ ਰਹੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨੇ ਇਹੀ ਬੜੇ ਦੁਰਲੱਭ ਨੇ, ਤੇ ਗੁਰੂ ਸਾਹਿਬ ਦੇ ਨਾਲ ਗੁਰਮਤਿ ਵਿਚਾਰ ਕਰਨੀ ਕਿੰਨੇ ਵੱਡੇ ਭਾਗ ਹੋਣਗੇ ਸਿੱਧਾਂ ਦੇ। ਆਖਰ ਭਾਵੇਂ ਉਹ ਹੰਕਾਰੀ ਸਨ, ਇਹ ਗੱਲ ਵੱਖਰੀ ਹੈ ਕਿ ਬੰਦੇ ਵਿੱਚ ਔਗਣ ਹੁੰਦੇ ਨੇ, ਤੇ ਪਰ ਉਹਨਾਂ ਦਾ ਤਪ ਤਾਂ ਬਹੁਤ ਜ਼ਿਆਦਾ ਸੀਗਾ। ਤਪੱਸਿਆ ਤਾਂ ਕਰਦੇ ਹੀ ਸਨ, ਨਾਮ ਤਾਂ ਜਪਦੇ ਹੀ ਸਨ। ਔਗਣ ਵੱਖਰੀ ਗੱਲ ਹੈ, ਪਰ ਤਪੱਸਿਆ ਦਾ ਗੁਣ ਉਹਨਾਂ ਦਾ ਕਿੰਨਾ ਸੀਗਾ। ਤੋ ਇਸ ਲਈ ਉਹਨਾਂ ਦੀ ਤਪੱਸਿਆ ਨੂੰ ਭਾਗ ਲਾਉਣ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਨੂੰ ਦਰਸ਼ਨ ਦਿੱਤੇ। ਤੋ ਨਾਮ ਦੇ ਵਿੱਚ ਚਿੱਤ ਉਹਨਾਂ ਦੇ ਰੰਗੇ ਜਾ ਗਏ ਸਨ। ਐਵੇਂ ਚੌਂਕੜਾ ਮਾਰ ਕੇ ਇੰਨਾ ਚਿਰ ਕੋਈ ਥੋੜ੍ਹਾ ਬੈਠ ਸਕਦਾ। ਆਖਰ ਥੋੜ੍ਹਾ ਬਹੁਤਾ ਉਹਦੇ ਮਨ ਦੇ ਵਿੱਚ ਪ੍ਰੇਮ ਉਤਸ਼ਾਹ ਹੁੰਦਾ ਹੈ, ਤਾਂ ਹੀ ਅਗਲਾ ਚੌਂਕੜਾ ਮਾਰਦਾ। ਕੋਈ ਵੀ ਸੇਵਾ ਕਰ ਰਿਹਾ ਹੈ, ਕੋਈ ਸਿਮਰਨ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ, ਭਾਵੇਂ ਕਿ ਹੰਕਾਰੀ ਹੈ ਜਾਂ ਕੋਈ ਵੀ ਔਗਣ ਹੈ, ਪਰ ਉਹਦੇ 'ਚ ਪ੍ਰੇਮ ਦੀ ਕਣੀ ਤਾਂ ਹੈ, ਜਿਸ ਕਰਕੇ ਉਹ ਹਠ ਕਰ ਰਿਹਾ ਹੈ। ਤੋ ਇਸ ਲਈ ਜਿਹੜੇ ਸਿੱਧ ਸਨ, ਭਾਵੇਂ ਮਾਣ ਮੱਤੇ ਸੀਗੇ, ਸਤਿਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਭਗਤੀ ਨੂੰ, ਤਪੱਸਿਆ ਨੂੰ ਭਾਗ ਲਾਉਣ ਵਾਸਤੇ ਉਹਨਾਂ ਨੂੰ ਵੇਖੋ ਕਿੰਨੀ ਖੇਚਲਾ ਕੀਤੀ। ਸੁਮੇਰ ਪਰਬਤ 'ਤੇ ਕਿੰਨੀ ਮੁਸ਼ਕਲ ਦੇ ਨਾਲ ਪਹੁੰਚੇ, ਉੱਥੇ ਜਾ ਕੇ ਉਹਨਾਂ ਨੂੰ ਦਰਸ਼ਨ ਦਿੱਤੇ, ਉਹਨਾਂ ਦੇ ਨਾਲ ਗੋਸ਼ਟ ਕੀਤੀ। ਫਿਰ ਉਹਨਾਂ ਦੇ ਨਾਲ ਕੀਤੀ ਗੋਸ਼ਟ ਦੀ ਪੂਰੀ ਬਾਣੀ ਹੋਈ ਲਿਖ ਦਿੱਤੀ, ਸਿੱਧ ਗੋਸ਼ਟ, ਜਿਹਦਾ ਅਸੀਂ ਨਿਤਨੇਮ ਕਰਦੇ ਹਾਂ। ਇਹ ਜਿਹੜੀ ਬਾਣੀ ਹੈ, ਇਹ ਵਾਹਿਗੁਰੂ ਦਾ ਨਾਮ ਹੈ। ਨਾਮ ਰੂਪ ਜਾਣ ਕੇ ਹੀ ਆਪਾਂ ਪੜ੍ਹਦੇ ਹਾਂ। ਪੰਜ ਗ੍ਰੰਥੀ ਦਾ ਨਿਤਨੇਮ ਕਰਨਾ, ਜ਼ਬਾਨੀ ਯਾਦ ਕਰਨੀ, ਇਹ ਗੁਰੂ ਸਾਹਿਬ ਦੇ ਪਿਆਰ ਵਾਲੀ ਬਾਣੀ ਹੈ। ਤੋ ਇਸ ਲਈ ਸਮਝ ਲਓ ਕਿ ਉਹ ਨਾਮ ਦੇ ਵਿੱਚ ਰੰਗੇ ਹੋਏ ਸੀਗੇ, ਕੋਈ ਆਮ ਇਨਸਾਨ ਨਹੀਂ ਸਨ। ਸਤਿਗੁਰੂ ਜੀ ਨੇ ਵੱਡਿਆਂ ਨੂੰ, ਭਗਤੀ ਭਾਵ ਵਾਲਿਆਂ ਨੂੰ ਹੀ ਦਰਸ਼ਨ ਦਿੱਤੇ ਨੇ। ਤੋ ਇਹ ਸਿੱਧੋ ਨਾਮ ਰਤੇ ਸਿੱਧ ਗੋਸ਼ਟ ਹੋਏ। ਤੁਹਾਡੇ ਚਿੱਤ ਵਾਹਿਗੁਰੂ ਨਾਮ ਦੇ ਵਿੱਚ ਰੰਗੇ ਹੋਏ ਹਨ। ਰੰਗੇ ਜਾਣ ਕਰਕੇ ਹੀ ਤੁਹਾਡੇ ਸਿੱਧਾਂ ਨਾਲ ਸਾਡੀ ਚਰਚਾ ਹੋ ਰਹੀ ਹੈ। ਜਾਂ ਸਿੱਧ ਨਾਮ ਹੈ ਮੁਕਤ ਪੁਰਖਾਂ ਦਾ, ਮਤਲਬ ਤੁਸੀਂ ਮੁਕਤ ਪੁਰਖ ਹੋ, ਤੇ ਮੁਕਤ ਪੁਰਖਾਂ ਦੇ ਨਾਲ ਸਾਡੀ ਚਰਚਾ ਹੋ ਰਹੀ ਹੈ। ਇਸੇ ਪ੍ਰਕਾਰ ਨਾਮ ਰਤੇ ਸਿੱਧ ਗੋਸ਼ਟ ਹੋਏ। ਗੋ ਨਾਮ ਹੈ ਬਾਣੀ ਦਾ, ਇਸ਼ਟ ਨਾਮ ਹੈ ਪਿਆਰੀ ਦਾ। ਇਹ ਸਿੱਧੋ ਪਿਆਰੀ ਬਾਣੀ ਦੁਆਰਾ ਤੁਹਾਡੇ ਸਿੱਧਾਂ ਨਾਲ ਸਾਡੇ ਪ੍ਰਸ਼ਨ ਉੱਤਰ ਹੋ ਰਹੇ ਹਨ। ਇਸੇ ਪ੍ਰਕਾਰ ਨਾਮ ਰਤੇ ਸਿੱਧ ਗੋਸ਼ਟ ਹੋਏ। ਨਾਮ ਦੇ ਵਿੱਚ ਰੰਗੇ ਜਾਣੇ ਕਰਕੇ ਪ੍ਰਾਪਤ ਰੂਪ ਪਰਮੇਸ਼ਰ ਦੇ ਨਾਲ ਗੋਸ਼ਟ ਹੁੰਦੀ ਹੈ। ਭਾਵ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਖੁਦ ਆਪ ਚਰਚਾ ਕਰਨ ਲਈ ਆ ਨਿਤਰਦਾ ਹੈ। ਧੰਨਾ ਜਦ ਧੰਨੇ ਨੂੰ ਦਰਸ਼ਨ ਹੋਏ ਤੇ ਭਗਵਾਨ ਕਹਿਣ ਲੱਗੇ, ਧੰਨਿਆ ਤੂੰ ਕੁਛ ਬੋਲਦਾ ਹੀ ਨਹੀਂ। ਕਹਿੰਦੇ ਜੀ ਮੈਨੂੰ ਕੁਛ ਆਉਂਦਾ ਹੀ ਨਹੀਂ। ਕਹਿੰਦੇ ਇੰਝ ਤਾਂ ਨਹੀਂ ਹੋ ਸਕਦਾ, ਕੁਛ ਨਾ ਕੁਛ ਤਾਂ ਬੋਲ। ਸਾਰੇ ਭਗਤ ਮੇਰੀ ਆਰਤੀ ਕਰਦੇ ਨੇ, ਤੂੰ ਕੁਛ ਕੀਤਾ ਹੀ ਨਹੀਂ। ਕਹਿੰਦਾ ਜੀ ਮੈਨੂੰ ਨਹੀਂ ਕੁਛ ਵੀ ਆਉਂਦਾ, ਮੈਂ ਤਾਂ ਖੂਹ 'ਤੇ ਪਸ਼ੂਆਂ ਨੂੰ
ਡੰਗਰਾਂ ਨੂੰ ਸਾਂਭਣ ਵਾਲਾ, ਪੈਲੀ ਬੰਨੇ ਦੀ ਸੇਵਾ ਤੇ ਪਾਣੀ ਲਾਉਣਾ, ਗੋਡੀ ਕਰਨੀ, ਖੇਤੀ ਵਾਲਾ ਬੰਦਾ ਹੈ ਜੀ। ਮੈਨੂੰ ਨਹੀਂ ਕੋਈ ਅੱਖਰ ਆਉਂਦਾ। ਕਹਿੰਦੇ ਉਰਾ ਉਹਦੇ ਸਿਰ ਤੇ ਹੱਥ ਰੱਖਿਆ, ਇੱਕਦਮ ਸਾਰੀਆਂ ਵਿਦਿਆ ਸਫੁਰਨ ਹੋ ਗਈਆਂ। ਕਹਿੰਦੇ ਹੁਣ ਦੱਸ। ਕਹਿੰਦੇ ਜੀ ਹਾਂ, ਹੁਣ ਮੈਂ ਆਰਤੀ ਨਹੀਂ ਆਪ ਦਾ ਆਰਤਾ ਉਚਾਰਦਾ ਹਾਂ। ਧੰਨਾ ਗੋਪਾਲ ਤੇਰਾ ਆਰਤ, ਜੋ ਜਨ ਤੁਮਰੀ ਭਗਤ ਕਰਨ ਦੇ ਤਿਨ ਕੇ ਕਾਜ ਸਵਾਰਤਾ ਰਹਾਉ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ करे नत जियो। पनिया शत निका, अनाज मंगो सत सीका। गऊ भैंस मंगो लावेरी, एक ताजन दुरी चंगेरी। घर की गीहन चंगी, जन धन्ना लेवे मंगी। किड्डा सोहना शब्द है भगत धन्ना जी ने उचारण किया, ਜਿਹੜੇ ਕਿਸੇ ਸਕੂਲ ਕਾਲਜ ਦੇ ਵਿੱਚ ਪੜ੍ਹੇ ਨਹੀਂ ਸਨ ਹੋਏ, ਕਿਸੇ ਕੋਲ ਸੰਥਿਆ ਨਹੀਂ ਲਈ ਬਾਣੀ ਦੀ। ਬਿਨਾਂ ਸੰਥਿਆ ਤੋਂ ਹੀ ਵੇਖੋ ਕੰਮ ਚਲਾਤਾ ਰੱਬ ਨੇ। ਇਹ ਰੱਬ ਦੀ ਖੇਡ ਹੈ, ਉਹਦੀ ਕਿਰਪਾ ਦੇ ਨਾਲ ਹੀ ਵਿਚਾਰ ਗੋਸ਼ਟੀ ਹੁੰਦੀ ਹੈ। ਗੁਰਮਤਿ ਦੀ ਵਿਚਾਰ ਉਹਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਜਿੰਨੇ ਸੰਤ ਭਗਤ ਹੋਏ ਨੇ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਕਿਸੇ ਯੂਨੀਵਰਸਿਟੀ ਦਾ ਉਹਨਾਂ ਕੋਲ ਸਰਟੀਫਿਕੇਟ ਨਹੀਂ। ਜਿਵੇਂ ਅੱਜ ਕੱਲ੍ਹ ਲੋਕ PhD ਕਰਨ ਵਾਸਤੇ ਗੁਰਮਤਿ ਦੇ ਵਿਰੋਧੀ ਵਚਨ ਲਿਖਦੇ ਨੇ, ਕੋਈ ਇਹੋ ਜਿਹੀ PhD ਨਹੀਂ, ਕੋਈ ਗਿਆਨੀ ਦਾ ਸਰਟੀਫਿਕੇਟ ਨਹੀਂ। ਕਿਉਂਕਿ ਇਹ ਜਿਹੜੀ ਪੜ੍ਹਾਈ ਹੈ ਇਹ ਸਕੂਲਾਂ ਦੇ ਕਾਲਜਾਂ ਦੇ ਵੱਸ ਦਾ ਕੰਮ ਨਹੀਂ ਹੈ, ਇਹ ਤਾਂ ਪਿਆਰ ਦੀ ਬਾਣੀ ਹੈ। ਤੋ ਇਸ ਲਈ ਮਹਾਰਾਜ ਖੁਦ ਆਪ ਉਹਨਾਂ ਨਾਲ ਵਿਚਾਰ ਕਰਨ ਵਾਸਤੇ ਪਹੁੰਚਦਾ ਹੈ। ਸੋ ਬਾਣੀ ਦੇ ਦੁਆਰਾ ਉਹ ਵਾਹਿਗੁਰੂ ਦੇ ਨਾਲ ਗੁਰਮਤਿ ਦੀ ਚਰਚਾ ਕਰਦੇ ਨੇ। ਜਿਵੇਂ ਰਵਿਦਾਸ ਜੀ ਨੇ ਲਿਖਿਆ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। जो तुम गिरवर तो हम मूरा, जो तुम चंद तो हम पए हैं चकोरा। साची प्रीत हम तुम स्यों जोरी, तुम स्यों जोर अवर संग तोरी। ये वाहिगुरु दे नाल ही विचार है। सो तुमरे भजन कटै जां फांसा, भगति हित गावे रविदासा। इसे तरह जो हम बंधे मोह फास, वाहिगुरु जी ने कहा मैं तेनों मोह की फाही च बन दियांगा। कहते जो हम बांधे मोह फास, हम प्रेम बदन तो बाधे। अपने छूटन को जतन करो, हम छूटे तुम आराधे। महाराज ने आखिया कि फिर तू की करेगा? कहते महाराज असी तो आप दा नाम जप के मोह की फाही तो छुट जावांगे, सानू आपने जाच सिखाई है। ते पर तुसीं दसो, जब ਤੁਹਾਨੂੰ ਅਸੀਂ ਪ੍ਰੇਮ ਦੀ ਫਾਹੀ 'ਚ ਬੰਨ ਲਿਆ, ਤੁਸੀਂ ਕਿਹੜੇ ਰੱਬ ਦਾ ਭਜਨ ਕਰਕੇ ਛੁੱਟੋਗੇ? ਇਹ ਰੱਬ ਨਹੀਂ ਗੱਲਬਾਤ ਹੈ। ਕਹਿੰਦੇ ਰਵਿਦਾਸ ਪਰੇ ਹੋ ਜਾ, ਪਰੇ ਹੋ ਜਾ, ਤੂੰ ਤਾਂ ਝਮਿਆਰ ਹੈ। ਕਹਿੰਦੇ ਮਹਾਰਾਜ ਧੰਨ ਹੈ ਤੂੰ ਵੀ ਇਸ ਤਰ੍ਹਾਂ ਦੇ ਬਚਨ ਕਰਨ ਲੱਗ ਪਿਆ। हम सर दीन दयाल न तुम सर, आप पतियार क्या कीजै। अजे भी तू मेरा पतियावा लेना चाहता है, भावें धक्के मार ते भावें जो मर्जी कर, मैं तो नहीं इत्थों जाना। असी कित्थे जाइए जे झमियार हाँ, फिर जाइए कित्थे दस? जन्म भी तो तू ही दिता, हुण माँ आपकी मर्जी नाल थोड़ो प्राप्त करी दी है। रब जिहड़ी माँ दे दे उसे घर ही आना पैंदा। तो इसलिए तू अजे भी महाराज मेरा पतियावा लै रहे हैं, मैं तो कि महाराज ने 68 तीरथ आपदे हुक्म दे नाल पुरूरू राजे दे कोल हाजिर कर दिते। कहंदे लै राजन, जे तेरा फुरना बनिया है तो तू इहदे विच इशनान कर लै। ਉਹਨੂੰ ਉੱਥੇ ਘਰ ਬੈਠਿਆਂ ਹੀ ਇਸ਼ਨਾਨ ਕਰਾਤਾ। ਇਸੇ ਤਰ੍ਹਾਂ ਇੱਕ ਜੈਤ ਸੇਠ ਹੋਇਆ ਜਿੱਥੇ ਗੁਰਦੁਆਰਾ ਗਊ ਘਾਟ ਹੈ,
ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਦੇ ਬਾਹਰ ਉੱਥੇ ਰਾਤ ਰਹੇ। ਕਾਫੀ ਦਿਨ ਦੀਵਾਨ ਸਜਾਉਂਦੇ ਰਹੇ। ਉਹ ਜੈਤ ਸੇਠ ਦਾ ਘਰ ਸੀਗਾ। ਸੰਗਤਾਂ ਨੇ ਆਖਿਆ, ਜੀ ਮਹਾਰਾਜ, ਜਿਹਦੇ ਘਰ ਤੁਸੀਂ ਰਹਿ ਰਹੇ ਹੋ ਇਹ ਤਾਂ ਨਹਾਉਂਦਾ ਨਹੀਂ, ਹਲਵਾਈ ਦਾ ਕੰਮ ਕਰਦਾ ਸੀਗਾ। ਤੁਹਾਨੂੰ ਪਤਾ ਵੀ ਹਲਵਾਈਆਂ ਦੇ ਕੱਪੜੇ ਕਿਸ ਤਰ੍ਹਾਂ ਦੇ ਹੁੰਦੇ ਨੇ। ਜੇ ਇਸ਼ਨਾਨ ਨਾ ਕੀਤਾ ਜਾਏ ਤਾਂ ਫਿਰ ਕਿਵੇਂ ਬਾਤ ਬਣੇਗੀ। ਪਰ ਇਹ ਹੈ ਰੱਬ ਦਾ ਪਿਆਰਾ, ਨਾਮ ਅਭਿਆਸੀ ਸੀ। ਕਹਿੰਦੇ ਜੀ ਕਦੇ ਇਸ਼ਨਾਨ ਕਰਦਾ ਨਹੀਂ ਦੇਖਿਆ, ਕਿਉਂਕਿ ਅੱਜ ਕੱਲ੍ਹ ਤਾਂ ਕਮਰਿਆਂ ਦੇ ਵਿੱਚ ਹੀ ਟੂਟੀਆਂ, ਜਲ ਪਾਣੀ ਹੈ। ਬੰਦਾ ਤਿਆਰ ਹੋ ਕੇ ਬਾਹਰ ਨਿਕਲਦਾ। ਪੁਰਾਣੇ ਸਮੇਂ ਸੀਗੇ, ਕਿਹੜਾ ਕਿੰਨੇ ਵਜੇ ਉੱਠਦਾ, ਕਿਵੇਂ ਜਾਂਦਾ, ਉਹ ਸਾਰਾ ਕੁਝ ਸਾਰਿਆਂ ਨੂੰ ਦਿਖਦਾ। ਗੰਗਾ ਇਸ਼ਨਾਨ ਕਰਨ ਸਾਰੇ ਜਾਇਆ ਕਰਦੇ, ਤੇ ਪਰ ਉਹ ਕਦੀ ਗੰਗਾ ਨਹਾਉਣ ਗਿਆ ਵੇਖਿਆ ਹੀ ਨਹੀਂ ਕਿਸੇ ਨੇ। ਮਹਾਰਾਜ ਕਹਿੰਦੇ, ਭਾਈ ਇਹ ਇਸ਼ਨਾਨ ਕਰਦਾ ਹੈ? ਕਹਿੰਦੇ ਜੀ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ, ਫਿਰ ਤੁਸੀਂ ਇੱਥੇ ਰਾਤ ਰਹੋ, ਤੁਹਾਨੂੰ ਦਿਖਾਉਂਦੇ ਹਾਂ। ਸਾਧ ਸੰਗਤ ਜੀਓ, ਸਾਰੀ ਰਾਤ ਅਖੰਡ ਕੀਰਤਨ ਹੁੰਦਾ ਰਿਹਾ। ਤੇ ਜਦ ਰਾਤ ਦੇ 12 ਵਜੇ ਥੋੜ੍ਹਾ ਜਿਹਾ ਟਾਈਮ ਉੱਪਰ ਗਿਆ ਤਾਂ ਉਸ ਵਕਤ ਇੱਕ ਗਾਂ ਆਈ। ਗਾਂ ਇੱਕ ਚਬੱਚਾ ਬਣਿਆ ਹੋਇਆ ਸੀਗਾ। ਗਾਂ ਨੇ ਚਬੱਚੇ ਵਿੱਚ ਆਪਣਾ ਮੂੰਹ ਖੋਲ੍ਹਿਆ ਤੇ ਸਾਰਾ ਚਬੱਚਾ ਜਲ ਦੇ ਨਾਲ ਭਰ ਦਿੱਤਾ। ਜੈਤ ਸੇਠ ਨੇ ਕੱਪੜੇ ਉਤਾਰੇ, ਉਹ ਚਬੱਚੇ ਇਸ਼ਨਾਨ ਕਰ ਲਿਆ। ਉਹ ਗਾਂ ਨੇ ਫਿਰ ਪਾਣੀ ਪੀ ਲਿਆ, ਚਬੱਚਾ ਫਿਰ ਖਾਲੀ ਹੋ ਗਿਆ। ਮਹਾਰਾਜ ਕਹਿੰਦੇ, ਵੇਖਿਆ ਜੇ, ਤੁਸੀਂ ਕਹਿੰਦੇ ਇਸ਼ਨਾਨ ਨਹੀਂ ਕਰਦਾ, ਆਹ ਵੇਖ ਲਓ, ਇਹ ਜਿਹੜੀ ਗਾਂ ਹੈ ਇਹ ਗੰਗਾ ਹੈ। ਗੰਗਾ ਜਲ ਗੁਰੂ ਗੋਬਿੰਦ ਨਾਮ, ਵਾਹਿਗੁਰੂ ਦਾ ਨਾਮ ਹੀ ਗੰਗਾ ਦਾ ਜਲ ਹੈ। ਇਹ ਗਾਂ ਦਾ ਰੂਪ ਧਾਰ ਕੇ ਇਹਦਾ ਇਸ਼ਨਾਨ ਖੁਦ ਆਪ ਕਰਾਉਣ ਵਾਸਤੇ ਆਉਂਦੀ ਹੈ। 68 ਤੀਰਥ ਜੈ ਸਾਧ ਭਗਤ ਰਹਿ, ਇੰਜ ਗੁਰੂ ਸਾਹਿਬ ਨੇ ਸੰਗਤਾਂ ਨੂੰ ਨਿਰੁੱਤਰ ਕੀਤਾ। ਉੱਥੇ ਗੁਰਦੁਆਰਾ ਗਊ ਘਾਟ, ਗਾਂ ਜਿਹੜੀ ਗੰਗਾ ਸੀ, ਗਾਂ ਦਾ ਰੂਪ ਧਾਰ ਕੇ ਉੱਥੇ ਸਾਧ ਸੰਗਤ ਜੀ ਇਸ਼ਨਾਨ ਕਰਾਉਂਦਾ ਆਉਂਦੀ। ਇਸ ਲਈ ਗਊ ਘਾਟ ਚਬੱਚਾ ਸਾਹਿਬ ਵੀ ਬਣਿਆ ਹੋਇਆ ਤੇ ਉਹਦੇ ਨਾਂ 'ਤੇ ਗਊ ਘਾਟ ਬਣਿਆ ਹੋਇਆ ਹੈ। ਇਸ ਲਈ ਸੋ ਮਹਾਰਾਜ ਪਹਿਲੀ ਗੱਲ ਤਾਂ ਸੰਕਲਪ ਉਠਾਉਣ ਹੀ ਨਹੀਂ ਦਿੰਦਾ, ਤੇ ਜਦ ਹੀ ਸੰਕਲਪ ਉੱਠਦਾ ਉਹ ਸਾਖੀ ਰੂਪ ਹੋ ਕੇ ਆਪ ਹੀ ਉਹਦਾ ਉੱਤਰ ਦੇ ਕੇ ਨਿਰੁੱਤਰ ਕਰ ਦਿੰਦਾ ਹੈ। ਇਸ ਲਈ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਨਾਮ ਰਤੇ ਸਿੱਧ ਗੋਸ਼ਟ ਹੋਇ। ਇਹ ਸਿੱਧੋ ਜਿਹੜੇ ਗੁਰਮੁਖ ਜਨ ਵਾਹਿਗੁਰੂ ਨਾਮ ਦੇ ਵਿੱਚ ਰਤੇ ਹੋਏ ਨੇ, ਉਹਨਾਂ ਦੀ ਅੰਤःਕਰਨ ਦੇ ਅੰਦਰ ਭਾਵ ਧਿਆਨ ਵਿੱਚ ਪਰਮੇਸ਼ਰ ਸਿੱਧ ਹੋ ਜਾਂਦਾ ਹੈ। ਕੋਈ ਉਹਨਾਂ ਦੇ ਮਨ ਵਿੱਚ ਸ਼ੰਕਾ ਸ਼ੁਦਾ ਕੋਈ ਸਵਾਲ ਜਵਾਬ ਨਹੀਂ ਉੱਠਦਾ। ਜੇ ਕੋਈ ਵੀ ਫੁਰਨਾ ਕਰਦੇ ਨੇ ਤੇ ਮਹਾਰਾਜ ਉਹਨਾਂ ਦਾ ਫੁਰਨਾ ਪੂਰਾ ਕਰਕੇ, ਉਹਨਾਂ ਦੀ ਕਿਰਪਾ ਕਰਕੇ ਉਹਨਾਂ ਨੂੰ ਇਕਾਗਰਤਾ ਬਖਸ਼ਿਸ਼ ਕਰਦਾ ਹੈ। ਜਾਂ ਆ ਜਿਹੜੀ ਸਿੱਧ ਗੋਸ਼ਟ ਹੋ ਰਹੀ ਹੈ, ਮਤਲਬ ਸਿੱਧ ਨਾਮ ਹੈ ਮੁਕਤੀ ਦਾ। ਆ ਜਿਹੜੀ ਕਥਾ ਹੈ, ਵਿਚਾਰ ਗੋਸ਼ਟੀ ਹੈ, ਇਹ ਮੁਕਤੀ ਦੀ ਪ੍ਰਾਪਤੀ ਵਾਸਤੇ ਹੈ। ਤੋ ਇਸ ਲਈ ਆਪ ਕਮਾਓ ਅਵਰਾ ਉਪਦੇਸ਼, ਜਿਹੜੇ ਨਾਮ ਦੇ ਵਿੱਚ ਰਤੇ ਹੋਏ ਨੇ ਉਹਨਾਂ ਦੇ ਨਾਲ ਹੀ, ਸਾਧ ਸੰਗਤ ਦੇ ਨਾਲ ਹੀ ਇਹ ਜਿਹੜੀ ਬਾਣੀ ਮੁਕਤ ਕਰਨ ਵਾਲੀ ਇਹਦੀ ਗੋਸ਼ਟ ਵਿਚਾਰ ਚਰਚਾ ਹੁੰਦੀ ਹੈ, ਹੋ ਸਕਦੀ ਹੈ। ਨਾਮ ਰਤੇ ਸਦਾ ਤਪ ਹੋ। ਜੋ ਵਾਹਿਗੁਰੂ ਨਾਮ ਦੇ ਵਿੱਚ ਰੰਗੇ ਹੋਏ ਹਨ ਉਹਨਾਂ ਨੂੰ ਹਮੇਸ਼ਾ ਹੀ ਤਪ ਹੁੰਦਾ ਹੈ। ਭਾਵ ਨਾਮ ਦਾ ਅਭਿਆਸ ਹੀ ਸਾਰੇ ਤਪਾਂ ਦੇ ਵਿੱਚੋਂ ਸ਼੍ਰੋਮਣੀ ਤਪ ਹੈ। ਗੁਰੂ ਘਰ ਦੇ ਵਿੱਚ
ਨਾਮ ਜਪਣਾ ਦਾ ਤਪ ਹੈ ਹੀ। ਤੋ ਕੋਈ ਵੀ ਸੇਵਾ ਕਰਨੀ, ਕੋਈ ਕਾਰਜ ਕਰਨਾ, ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਲਿਖਿਆ ਹੈ ਕਿ ਘਰ ਤੋਂ ਜਦ ਵੀ ਇਨਸਾਨ ਗੁਰੂ ਘਰ ਨੂੰ ਕਦਮ ਪੁੱਟਦਾ, ਉਹਦਾ ਇੱਕ ਇੱਕ ਕਦਮ ਵਾਹਿਗੁਰੂ ਦਾ ਨਾਮ ਹੈ। ਚਰਨ ਚੱਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਇੱਕ ਇੱਕ ਕਦਮ ਤੇ ਕਹਿੰਦੇ 100 ਸਮੇਤ ਜਗ ਦਾ ਫਲ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਕਹਿੰਦੇ ਨੇ ਜਿਹੜੇ ਚਰਨ ਹਨ ਸਾਧ ਸੰਗਤ ਦੇ ਵਿੱਚ ਚੱਲ ਕੇ ਜਾਂਦੇ ਨੇ, ਤੁਰ ਕੇ ਜਾਂਦੇ ਹਨ, ਉਹ ਕਦਮ ਕਦਮ ਤੇ ਅਸਮੇਤ ਜਗ ਦਾ ਫਲ ਪ੍ਰਾਪਤ ਹੁੰਦਾ। ਜਿਵੇਂ ਦ੍ਰੋਪਦੀ, ਜਿਸ ਵਕਤ ਵਾਲਮੀਕ ਨੇ ਆਖਿਆ ਕਿ ਮੈਨੂੰ 100 ਸਮੇਤ ਜਗ ਦਾ ਫਲ ਦਿਓ ਤਾਂ ਮੈਂ ਤੁਹਾਡੇ ਘਰ ਜਾਵਾਂਗਾ, ਦ੍ਰੋਪਦੀ ਕਹਿਣ ਲੱਗੀ ਮਹਾਰਾਜ ਤੁਹਾਤੋਂ ਸੁਣਿਆ ਹੈ ਕਿ ਜਿਹੜਾ ਸੰਗਤ ਵਿੱਚ ਚੱਲ ਕੇ ਜਾਂਦਾ ਉਹ 'ਤੇ ਕਦਮ ਕਦਮ 'ਤੇ ਅਸਮੇਤ ਜਗ ਦਾ ਫਲ ਮਿਲਦਾ। ਤੁਸੀਂ ਗਿਣ ਲਓ ਮੈਂ ਕਿੰਨੇ ਕਦਮ ਚੱਲ ਕੇ ਆਈ ਹਾਂ, ਉਹਦੇ ਵਿੱਚੋਂ 100 ਅਸਮੇਤ ਜਗ ਦਾ ਫਲ ਤੁਸੀਂ ਰੱਖ ਲਓ ਅਤੇ ਬਾਕੀ ਲਿਆਓ ਮੇਰੀ ਝੋਲੀ ਪਾਓ, ਪਰ ਚੱਲੋ ਜ਼ਰੂਰ ਇੰਝ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਚਰਨ ਚੱਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਦਮਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਮਿਲਾ ਕੇ ਜਪਣ ਨਾਲ ਹਰੇਕ ਬਿੰਦ, ਹਰੇਕ ਸਮੇਂ ਸਾਧ ਸੰਗਤ ਜੀਓ ਪਾਪਾਂ ਦੀ ਨਿਵਰਤੀ ਹੁੰਦੀ ਹੈ, ਪਾਪਾਂ ਦਾ ਖਾਤਮਾ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ। ਇਸ ਲਈ ਜਿਹੜਾ ਗੁਰੂ ਕੀ ਸੰਗਤ ਵਿੱਚ ਆਉਣਾ ਹੈ, ਪ੍ਰਭਾਤ ਫੇਰੀ ਦੇ ਵਿੱਚ ਨਗਰ ਕੀਰਤਨ 'ਚ ਹਾਜ਼ਰੀ ਭਰਨੀ, ਸੰਗਤ ਦੇ ਕਦਮ ਨਾਲ ਕਦਮ ਲਾ ਕੇ ਚੱਲਣਾ, ਇਹ ਵੀ ਇੱਕ ਬਹੁਤ ਵੱਡਾ ਤਪ ਹੈ। ਗੁਰਦੁਆਰੇ ਦੇ ਝਾੜੂ ਫੇਰਨਾ ਇਹ ਵੀ ਤਪ ਹੈ, ਬਰਤਨ ਮਾਂਜਣਾ ਵੀ ਤਪ ਹੈ, ਦਰੀਆਂ ਝਾੜਨਾ ਵੀ ਬਹੁਤ ਵੱਡੀ ਤਪੱਸਿਆ। ਤੁਸੀਂ 5 ਮਿੰਟ 'ਤੇ ਖੜ੍ਹ ਕੇ ਦਿਖਾਓ, ਉਹ ਧੰਨ ਹਨ ਜਿਹੜੇ ਹਮੇਸ਼ਾ ਹੀ ਗੁਰੂ ਚਰਨਾਂ ਦੇ ਵਿੱਚ ਰਹਿੰਦੇ ਨੇ। ਇੱਥੇ 5 ਮਿੰਟ ਕੱਟਣੇ ਔਖੇ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਸਾਰੀ ਉਮਰ ਹੀ ਗੁਰਦੁਆਰੇ ਕੱਟ ਦਿੱਤੀ, ਵੇਖੋ ਕਿੰਨੀ ਔਖੀ ਹੈ ਸੇਵਾ ਕਰਨੀ। ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ। ਸ੍ਰੀ ਗੁਰੂ ਰਾਮਦਾਸ ਜੀ ਨੂੰ ਆਖਿਆ ਥੜੇ ਬਣਾ ਦਿਓ, ਬਣਾ ਦਿੱਤੇ। ਆਖਿਆ ਢਾਹ ਦਿਓ, ਢਾਹ ਦਿੱਤੇ। ਫਿਰ ਆਖਿਆ ਚੰਗੇ ਨਹੀਂ ਬਣੇ ਤੇ ਫਿਰ ਦੁਬਾਰਾ ਤੋਂ ਬਣਾਓ, ਅਸੀਂ ਬੈਠ ਕੇ ਸੇਵਾ ਕਰਨੀ ਹੈ। ਫਿਰ ਆਖਿਆ ਢਾਹ ਦਿਓ। ਭਾਈ ਰਾਮਾ ਜੀ ਉਹ ਗੁੱਸੇ 'ਚ ਆ ਗਏ, ਕਹਿੰਦੇ ਕੀ ਹੋਇਆ, ਬਣਾ ਦਿਓ ਢਾਹ ਦਿਓ, ਬਣਾ ਦਿਓ ਢਾਹ ਦਿਓ, ਇਹ ਵੀ ਕੋਈ ਕੰਮ ਹੈ? ਕਹਿੰਦੇ ਨਹੀਂ ਭਾਈ। ਆਹ ਵੇਖ ਲਓ ਸਾਧ ਸੰਗਤ ਜੀ, ਉਹ ਠੀਕ ਹੈ ਸੇਵਾ ਸਾਰੇ ਹੀ ਕਰਦੇ ਨੇ, ਪਰ ਗੱਲ ਹੈ ਭਾਵਨਾ ਦੀ। ਗੁਰੂ ਰਾਮਦਾਸ ਮਹਾਰਾਜ ਨੇ ਹੱਥ ਜੋੜੇ ਆਖਿਆ ਮੈਨੂੰ ਸਮਝ ਨਹੀਂ ਆਉਂਦੀ, ਤੂੰ ਆਪ ਦਾ ਹੁਕਮ ਹੈ ਇੱਥੇ ਲਾਗੇ ਖੜੇ ਹੋ ਜਾਓ, ਜਿਸ ਤਰ੍ਹਾਂ ਚਾਹੁੰਦੀ ਉਸ ਤਰ੍ਹਾਂ ਦੇ ਬਣਵਾ ਲਿਓ। ਤੋ ਇਸ ਤਰ੍ਹਾਂ ਨਿਮਰਤਾ ਦੇ ਵਿੱਚ ਬਣਾਉਂਦੇ ਰਹੇ। ਕਹਿੰਦੇ ਆ ਵੇਖੋ ਇਹ ਪਾਸ ਹੈ ਸੇਵਾ ਵਿੱਚ, ਹੁਕਮ ਮੰਨ ਕੇ ਸੇਵਾ ਕਰਨੀ ਬੜੀ ਔਖੀ ਹੈ। ਆਪਦੀ ਮਰਜ਼ੀ ਦੇ ਨਾਲ ਤਾਂ ਸਾਰੇ ਹੀ ਕਰਦੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਖੇਤੀ ਕਰਵਾਈ, ਖਲਵਾੜੇ ਲਾਏ, ਆਖਿਆ ਅੱਗ ਲਾ ਕੇ ਸਾੜ ਦਿਓ। ਕਿੰਨਾ ਔਖਾ ਹੈ, ਇਹੀ ਤਪੱਸਿਆ ਹੈ। ਜੋ ਮਹਾਰਾਜ ਦਾ ਹੁਕਮ ਮੰਨਣਾ ਹੈ, ਸੇਵਾ ਕਰਨੀ। ਗੁਰ ਸੇਵਾ ਤਪਾ ਸਿਰ ਤਪਸਾਰ, ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਪੰਜ ਬਾਰ ਗੰਗ ਜਾਏ, ਬਾਰ ਪੰਜ ਪ੍ਰਾਗ ਨਹਾਏ, ਤੈਸਾ ਪੁੰਨ ਸੋ ਇੱਕ ਸਿੱਖ ਕੋ ਨਿਭਾਈ ਕਾ। ਤੇ ਸਿੱਖ ਕੋ ਪੁਲਾਈ ਪਾਣੀ, ਭਾਉ ਕਰ ਕੁਰ ਖੈਦ, ਤੈਸਾ ਪੁੰਨ ਫਲ ਇੱਕ ਸਿੱਖ ਕੋ ਜਿਵਾਈ का। जैसे सात मंदिर
कंचन की ओसार दीने, तैसा पुन एक सिख को शब्द सिखाए का। जैसे 20 बार दर्शन किया साध काहूँ, ते तैसा फल गुर सिख को चाप पग सुआएगा। ये सब तप ही है। गंगा ते इशनान करन दा बहुत बड़ा तप है। श्री गुरु अमरदास जी हर 6 महीने बाद गंगा नहाउण जांदे, पर जद सोझी आई श्री गुरु अंगद देव जी के चरणों के विच आए तो 12 साल लगातार गुरुद्वारे दीयां गागरां टोईयां ब्यास दरिया तो गुरु साहिब का इशनान करवाते, फिर लंगर भी जल वरताउंदे, फिर छबील आके बैठ जाते। कितना बड़ा तप है, कितना बड़ा पुण्य है। सब तो ज़्यादा भार पानी चुकना बड़ा औखा हुंदा, सिर पोला हो जाता पानी चुक चुक के। महाराज दे दस्तार दे अंदर सिर दे विच इतिहासकारां ने लिखिया भी वाहिगुरू। सो बड़ा काम होरों तरह का हो गया सीगा, पता नहीं सच है कि जां सो मनण च तां नहीं होंदा, पर सेवा ही कहंदे इन्नी कीती जख्म हो गया सीगा, तालूआ पोला हो गया सीगा गागरां चुक चुक के, क्योंकि साह ही नहीं लेना, गागरां ढोई जानियां। अजे भी तुसीं वेखिओ गोंदवाल तो खडूर साहब जिस तरह सप वल वडिंग पाउंदा इस तरह सड़क मुड़दी घुटदी है, तो बड़ी छोटी जी सड़क है। एक बार मैं मोटरसाइकिल ते डिगन लगा, हनेरा पै गया, रात के 7 बजे सी। कुदरती रब ने इहो जी मत की भी अगे ट्रक ने ब्रेक मारी, जे वो ब्रेक ना मारदा तो रब 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 फिर तो चुकण वाला भी कोई ना हुंदा। बंदा हेठां पैली नीवी सीगी, ਉਹਦੇ ब्रेक मारन तो सुते सीधी ब्रेक मारनी बई, जे ब्रेक ना वजदी तो बड़ा औखा सीगा। मतलब इन्ने खड्डे ते स्पीड ब्रेकर ते इन्नी बिरध होई सड़क। अजे भी किन्ना वेखो समा एडवांस जा रहा। उन्हां दिनां दे विच तां पानी पै पै के की पता किन्ने किन्ने टोए डूंघे होए होणगे। मिट्टी घटा, गर्मी सर्दी, दब काई, कंडे की मर, रोड की, रात के हनेरे की पता लगता पैरों च वजदे, बड़ा कुछ हुंदा होगा। धन गुरु अमरदास साहब जी महाराज पता नहीं किन्ने ही फेरे प्यास दरिया तो लाउंदे। इहदे नालों वड्डा तप गुरुद्वारे तो दसो होर किसी ने की कर लेना। 12 साल लगातार 12 दस्तारां दे साल बाद सरोपे, 12 दे 12 सरोपे, ते सीस बिरध हो गया गागरां चुक चुक के। ते महाराज ने आप दस्तारा खोलिया, केसी इशनान कराया, आख्या बाबा जी वेखो इन्हां आप दे शरीर का भी ख्याल नहीं रखिया, किन्नी महान सेवा इस पुरुष की। उन्हें जदों जलाई ने बोली मारी तो गुरु साहब जी बड़े विराग विच आए, कहंदे तुहाडी की सलाह, आपां इन्हां नूं गद्दी ना दे दईए। किन्ने सेवादार ने, वेखो गुरु नानक साहब जी गद्दी नूं इन्हां दे घर नूं इहो जिहे सेवादार की लोड़ है। कहंदे जी हाँ महाराज। कहंदे लियाओ फिर दही लैके आओ, इन्हां दा केसी इशनान कराओ मल मल के। ते गुरु साहब ने आप साध संगत जी इशनान कराया दही दे नाल। आख्या सच्चे कपड़े लैके आओ नवे, सोहना दस्तारा सजा के नवा चोला साहब पवाया। आख्या लियाओ 5 पैसे नारियल लियाओ। तो सिंघासन तो उठ के आप सिंघासन दे बिठाया। आख्या धन्नो महापुरखो, धन है तुहाडी सेवा, सो धन्नो गुरु घर दे श्रद्धालु, मैं तो तुहाडे चरणों का दास हाँ। इस तरह कह के मन ने 3 परिक्रमा कीतियां ते गुरु अमरदास दे चरणों ते मत्था ला के साध संगत जी गुरता गद्दी दी बख्शिश कीती। 12 वर दिते। आखिया निमाणियां दे माण, निताणियां दी ताण, न्योटियां दी ओट, निआसरियां दी आसरा, निगतियां दी गत, निपतियां दी पत, नितरियां दी तिर। ये सारे दे सारे 12 वार उत्थे गुरुद्वारा मल अखाड़ा साहब लिखे हुए ने, उत्थे मैं नोट कीते सीगे।
ਇਹ ਗੁਰਦੁਆਰਾ ਖੱਡੀ ਸਾਹਿਬ ਹੈ, ਉਹਦੇ ਨਾਲ ਹੀ ਗੁਰਦੁਆਰਾ ਮੱਲ ਅਖਾੜਾ ਹੈ। ਤੋ ਜਿੰਨਾ ਤਪ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤਾ, ਗੰਗਾ ਨਹਾਉਣ ਦਾ ਕਿੰਨਾ ਕੁ ਵੱਡਾ ਤਪ ਹੈ। ਜਾਓ ਤੇ ਨਹਾ ਕੇ ਆ ਜਾਓ, ਬਸ ਤੋਂ ਚੌਂਕੜਾ ਮਾਰ ਕੇ ਬੈਠ ਜਾਓ। ਤਪੱਸਿਆ ਤਾਂ ਗੁਰਦੁਆਰੇ ਦੀ ਹੈ। ਆਖਿਆ ਮੁਰਦਾ ਖਾ, ਫਿਰ ਸਲੋਤਰ ਮਾਰਿਆ। ਕਹਿੰਦੇ ਦੇਰ ਕਿਉਂ ਲਾਈ, ਖਾਂਦਾ ਕਿਉਂ ਨਹੀਂ? ਕਹਿੰਦਾ ਜੀ ਤੁਸੀਂ ਦੱਸਿਆ ਨਹੀਂ ਵੀ ਸਿਰ ਵੱਲੋਂ ਖਾਵਾਂਗੇ ਪੈਰਾਂ ਵੱਲੋਂ। ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਖਾ। ਜਾਂ ਚਾਦਰ ਲਾਈ ਤਾਂ ਕੜਾ ਪ੍ਰਸ਼ਾਦ ਦੇਖ ਕੇ ਬੜੇ ਪ੍ਰਸੰਨ ਹੋਏ। ਇਹ ਤੋਂ ਵੱਡਾ ਤਪ ਦੱਸੋ ਕੌਣ ਕਰ ਸਕਦਾ? ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਗੁਰੂ ਘਰ ਦੇ ਵਿੱਚ ਕੋਈ ਵੀ ਸੇਵਾ ਤੁਸੀਂ ਲੈ ਲਓ, ਪ੍ਰਸ਼ਾਦੇ ਪਕਾਉਣ ਦੀ, ਵਰਤਾਉਣ ਦੀ, ਦਾਲ ਫੁਲਕੇ ਦੀ, ਗਰਮੀਆਂ ਦੇ ਵਿੱਚ ਬਾਲਣ ਡਾਉਣ ਦਾ ਕਿੱਡਾ ਵੱਡਾ ਤਪ ਹੈ। ਸਰਦੀਆਂ ਦੇ ਵਿੱਚ ਠੰਡੇ ਜਲ ਨਾਲ ਪਰਿਕਰਮਾ ਦਾ ਇਸ਼ਨਾਨ ਕਰਾਉਣ ਦਾ ਕਿੱਡਾ ਵੱਡਾ ਤਪ ਹੈ। ਇੱਥੇ ਖਲੋਣ ਦਾ ਹੀ ਬਹੁਤ ਵੱਡਾ ਤਪ ਹੈ, ਇੱਥੇ ਰਹਿਣ ਦਾ ਹੀ ਬੜਾ ਵੱਡਾ ਤਪ ਹੈ, ਅਤੇ ਹਾਜ਼ਰੀ ਦਾ ਹੀ ਬਹੁਤ ਬੜਾ ਤਪ ਹੈ। ਜਲ ਦੀ ਸੇਵਾ ਦਾ ਮਹਾਨ ਤਪ ਹੈ। ਤੋ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਹਨ, ਨਾਮ ਰਤੇ ਸਦਾ ਤਪ ਹੋਇ। ਜੋ ਵਾਹਿਗੁਰੂ ਨਾਮ ਦੇ ਵਿੱਚ ਰੰਗੇ ਨੇ ਉਹਨਾਂ ਨੂੰ ਹਮੇਸ਼ਾ ਹੀ ਤਪ ਸੇਵਾ ਰੂਪ ਤਪ ਪ੍ਰਾਪਤ ਹੁੰਦਾ। ਭਾਵ ਨਾਮ ਦਾ ਅਭਿਆਸ ਸਾਰੇ ਤਪਾਂ ਦੇ ਵਿੱਚੋਂ ਸ਼੍ਰੋਮਣੀ ਤਪ ਹੈ। ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਮਹਾਂਪੁਰਖਾਂ ਵੇਖੋ ਕਿੱਡਾ ਤਪੱਸਿਆ ਕੀਤੀ। ਲਾਹੌਰ ਤੋਂ ਇੱਕ ਲੋਲਾ ਪਿੰਗਲਾ ਚੁੱਕ ਕੇ ਲਿਆਂਦਾ, ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਵਾਜ਼ੇ ਮੂਹਰੇ ਬੈਠੇ ਰਹਿਣਾ। ਆਉਂਦੀਆਂ ਜਾਂਦੀਆਂ ਸੰਗਤਾਂ ਦੇ ਕੋਲੋਂ ਜੋ ਕੁਛ ਮਿਲ ਜਾਣਾ ਉਹ ਸਭ ਲੂਲਿਆਂ ਪਿੰਗਲਿਆਂ ਦੀ ਸੇਵਾ 'ਚ। ਹੁਣ ਡਾਕਟਰ ਇੰਦਰਜੀਤ ਕੌਰ ਜਿਨ੍ਹਾਂ ਉਹਨਾਂ ਦੇ ਪ੍ਰਭਾਵ ਹੇਠ ਆ ਕੇ ਮੈਰਿਜ ਨਹੀਂ ਕਰਾਈ, ਭਾਵੇਂ ਕਿ ਉਹ ਡਾਕਟਰ ਨੇ, ਬੜੇ ਸਿਆਣੇ ਨੇ, ਬਹੁਤ ਉੱਚੀ ਪੜ੍ਹਾਈ ਲਿਖਾਈ ਹੈ, ਔਰ ਉਹਨਾਂ ਦਾ ਪਟਿਆਲੇ ਇੱਕ ਨਰਸਿੰਗ ਹੋਮ ਚੱਲ ਰਿਹਾ ਹੈ, ਪਰ ਗਰੀਬਾਂ ਦੇ ਭਲੇ ਵਾਸਤੇ, ਸਰਬੱਤ ਦੀ ਸੇਵਾ ਵਾਸਤੇ ਆਪਦਾ ਜੀਵਨ ਸਮਰਪਿਤ ਕਰ ਗਏ। ਭਗਤ ਪੂਰਨ ਸਿੰਘ ਤੋਂ ਬਾਅਦ ਉਹਨਾਂ ਨੂੰ ਮੁੱਖ ਸੇਵਾਦਾਰ ਦੀ ਸੇਵਾ ਮਿਲੀ ਹੈ। ਸੋ ਪਿੰਗਲਵਾੜੇ ਦੇ ਮੁੱਖ ਸੰਚਾਲਕ ਡਾਕਟਰ ਇੰਦਰਜੀਤ ਕੌਰ ਚੜ੍ਹਦੀ ਕਲਾ ਨਾਲ ਸੇਵਾ ਨਿਭਾ ਰਹੇ ਨੇ। ਇੰਜ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ, ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ, ਔਰ ਦਿੱਲੀ ਵਾਲੇ ਮਹਾਂਪੁਰਖ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਅਨੇਕਾਂ ਹੀ ਗੁਰਦੁਆਰੇ ਬੰਦਾ ਆਪਣੀ ਲਾਈਫ ਦੇ ਜੇ ਘਰ ਬਣਾ ਸਕਦਾ ਬੜੀ ਮੁਸ਼ਕਿਲ ਦੇ ਨਾਲ, ਅਤੇ ਉਹਨਾਂ ਨੇ ਵੇਖੋ ਸੋਨੇ ਦੇ ਨਾਲੋਂ ਵੀ ਵੱਧ ਕੀਮਤੀ ਪੱਥਰ ਲਾ ਕੇ ਕਿੰਨੀ ਸੋਹਣੀ ਜੜਤਕਾਰੀ ਦੇ ਦੁਆਰਾ ਗੁਰੂ ਘਰਾਂ ਦੀ ਸੇਵਾ ਨਿਭਾਈ। ਕਿੰਨੇ ਗੁਰਦੁਆਰੇ ਸਾਹਿਬ ਬਣਾਏ। ਬਾਬਾ ਜਗਤਾਰ ਸਿੰਘ ਸਾਹਿਬ ਜੀ ਤਰਨਤਾਰਨ ਸਾਹਿਬ ਵਾਲੇ, ਗੁਰੂ ਕੇ ਬਾਗ ਵਾਲੇ ਮਹਾਂਪੁਰਖ, ਪਟਿਆਲੇ ਵਾਲੇ ਬਾਬਾ ਸਾਧੂ ਸਿੰਘ, ਗੁਰਦਿਆਲ ਸਿੰਘ, ਜਿਨ੍ਹਾਂ ਤੋਂ ਸੇਵਾ ਸੰਪਰਦਾ ਪ੍ਰਾਰੰਭ ਹੋਈ। ਇਹ ਸਭ ਤੋਂ ਵੱਡਾ ਮਹਾਨ ਤਪ ਹੈ ਜੋ ਸੰਗਤ ਦੀ ਮਾਇਆ ਸਭ ਗੁਰਦੁਆਰਿਆਂ ਦੀ ਸੇਵਾ ਤੇ ਲੰਗਰ ਤੇ ਲਾਉਣੀ, ਔਰ ਆਪਦੇ ਕੱਪੜੇ ਖੱਦਰ ਤੇ ਰੱਖਣੇ, ਸਾਦਾ ਲਿਬਾਸ, ਤੇ ਜੁੱਤੀ ਵੀ ਮਿਲ ਗਈ ਨਹੀਂ ਤੇ ਨਾ ਸਹੀ, ਚੜ੍ਹਦੀ ਕਲਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ ਮਤ ਸਿਧਾਂਤ ਸਭ ਤੋਂ ਵੱਡਾ ਤਪ ਗੁਰਮਤਿ ਪ੍ਰਚਾਰ ਦਾ, ਜੋ ਭਾਈ ਮਰਦਾਨਾ ਜੀ ਨੇ ਨਿਸ਼ਕਾਮਤਾ ਦੇ ਨਾਲ ਵੇਖੋ ਸਾਰੀ ਉਮਰ ਜੀਤੀ ਨੌਖਣ ਮਿੱਧ ਨਹੀਂ, ਸਤਨਾਮ ਦਾ ਚੱਕਰ ਫਿਰਾਇਆ, ਸਭ ਧਰਤੀ ਦਾ ਚੱਕਰ ਲਾਇਆ ਗੁਰੂ ਸਾਹਿਬ ਦੇ ਨਾਲ, ਪਰ 1 ਰੁਪਈਏ ਦੀ ਡਿਮਾਂਡ ਨਹੀਂ ਕੀਤੀ। ਆਪਦੇ ਬੱਚਿਆਂ ਵਾਸਤੇ ਵੀ ਨਹੀਂ ਕੋਈ ਲਾਲਚ ਕੀਤਾ। ਤੋ ਇੰਜ ਟਕਸਾਲ ਦੇ ਮਹਾਂਪੁਰਖ, ਸੰਪਰਦਾਈ ਮਹਾਂਪੁਰਖ, ਜਿਨ੍ਹਾਂ ਸਾਰੀ ਉਮਰ ਨਿਸ਼ਕਾਮਤਾ ਦੇ ਨਾਲ ਆਪਦੇ 2 ਬੱਚੇ ਪੜ੍ਹਾਉਣੇ ਔਖੇ ਨੇ ਅੱਜ ਕੱਲ੍ਹ ਦੇ ਮਹਿੰਗਾਈ ਦੇ ਜ਼ਮਾਨੇ 'ਚ, ਪਰ ਜਿੱਥੋਂ ਅਸੀਂ ਪੜ੍ਹ ਕੇ ਆਪਦੀ ਸੇਵਾ ਨਿਭਾ ਰਹੇ ਹਾਂ, ਸਾਡਾ ਉਹਨਾਂ ਨੇ ਪਤਾ ਨਹੀਂ ਕਿੰਨੇ ਸਾਲ ਰੋਟੀ ਪਾਣੀ, ਲੀੜਾ ਕੱਪੜਾ, ਵਿੱਦਿਆ ਦਾ ਖਰਚਾ ਤਾਂ ਕਰਨਾ ਹੀ ਕਰਨਾ, ਪੜ੍ਹਾਈ ਤਾਂ ਫਰੀ ਹੈ ਹੀ ਹੈ, ਰਹਿਣ ਬਹਿਣ, ਸੌਣ, ਖਾਣ ਪੀਣ, ਸਾਰੀ ਜ਼ਿੰਮੇਵਾਰੀ ਜਿਸ ਤਰ੍ਹਾਂ ਮਾਂ ਆਪਦੇ ਬੱਚਿਆਂ ਦੀ ਨਿਭਾਉਂਦੀ, ਪੂਰੀ ਜ਼ਿੰਮੇਵਾਰੀ ਦੇ ਨਾਲ, ਔਰ 500 ਸਿੰਘ ਮਹਾਂਪੁਰਖਾਂ ਦੇ ਨਾਲ ਰਹਿੰਦੇ, ਤੇ ਸੁਤੇ ਸਿੱਧ ਉਹਨਾਂ ਦੀ ਪਰਵਰਿਸ਼, ਉਹਨਾਂ ਦੀ ਵਿੱਦਿਆ ਪੜ੍ਹਾਈ ਬਿਲਕੁਲ ਫਰੀ ਆਫ ਕਾਸਟ। ਅੱਜ ਵੀ ਇਸੇ ਤਰ੍ਹਾਂ ਹੀ ਹੈ।
ਦੁਨੀਆ ਭਾਵੇਂ ਟਕਸਾਲ ਨੂੰ ਕਿੰਨਾ ਮਰਜ਼ੀ ਮਾੜਾ ਆਂਦੀ ਹੈ ਬਾਬੇ ਹਰਨਾਮ ਸਿੰਘ ਦਾ ਨਾਮ ਲੈ ਕੇ, ਪਰ ਤੁਸੀਂ ਉੱਥੇ ਵੇਖੋ ਫ੍ਰੀ ਬੱਚਿਆਂ ਨੂੰ, ਨਾਲੇ ਤਾਂ +2 ਵਾਲਿਆਂ ਨੂੰ BA ਕਰਾਉਣੀ, ਨਾਲੇ ਉਹਨਾਂ ਨੂੰ ਕਥਾ ਸਿਖਾਉਣੀ, ਪਾਠ ਸਿਖਾਉਣਾ। ਸਕੂਲ ਕਾਲਜ ਵੱਖਰਾ ਚੱਲ ਰਿਹਾ ਪੈਸੇ ਵਾਲਿਆਂ ਵਾਸਤੇ, ਜਿਨ੍ਹਾਂ ਕੋਲ ਪੈਸਾ ਮਹਾਰਾਜ ਨੇ ਦਿੱਤਾ ਉਹ ਬਾਹਰ ਵੀ ਫੀਸਾਂ ਦੇਣੀਆਂ ਇਹਨੇ ਕੌਨਵੈਂਟ ਸਕੂਲਾਂ ਦੇ ਵਿੱਚ। ਅਤੇ ਗੁਰਮਤਿ ਗੁਰਬਾਣੀ ਦੇ ਖਾਤੇ ਦੇ ਵਿੱਚ ਚਲਾ ਜਾਏ ਉਹਦੇ 'ਚ ਭਲਾ ਹੀ ਹੈ। ਕਿੰਨਾ ਪੈਸਾ ਲੋਕ ਬਰਬਾਦ ਕਰਦੇ ਨੇ, ਕਰੋੜ ਸਵਾ ਕਰੋੜ ਦੀਆਂ ਗੱਡੀਆਂ ਨੇ, ਅਤੇ ਵੇਖੋ 10 ਕਰੋੜ ਦੀਆਂ ਕੋਠੀਆਂ ਨੇ। ਅਤੇ ਜੇ ਗੁਰਦੁਆਰੇ ਦੇ ਸਕੂਲ ਜਾਂ ਕਾਲਜ ਨੂੰ ਗੁਰਮਤਿ ਦੀ ਪੜ੍ਹਾਈ ਦਾ ਜੇ ਕੋਈ 1 2 ਲੱਖ ਚਲਾ ਗਿਆ ਸਾਲ ਦਾ, ਉਹ ਪੈਸੇ ਵਾਲਿਆਂ ਨੂੰ ਤਾਂ ਕੋਈ ਪਰਵਾਹ ਨਹੀਂ। ਜਿਨ੍ਹਾਂ ਕੋਲ ਨਹੀਂ ਪੈਸੇ ਉਹ ਗੁਰਦੁਆਰੇ ਰਹਿ ਕੇ ਅਤੇ ਫ੍ਰੀ ਪੜ੍ਹਾਈ ਗੁਰਮਤਿ ਦੀ ਕਰ ਸਕਦੇ। ਤੋ ਇੰਝ ਗੁਰੂ ਘਰਾਂ ਦੀ ਕਾਰ ਸੇਵਾ ਵੀ ਅਤੇ ਬੱਚਿਆਂ ਦੀ ਪੜ੍ਹਾਈ ਵੀ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ। ਲੰਗਰ ਪਾਣੀ ਲੀੜਾ ਕੱਪੜਾ ਸਭ ਜ਼ਿੰਮੇਵਾਰੀ ਉਹਨਾਂ ਮਹਾਂਪੁਰਖਾਂ ਦੀ ਹੈ। ਤੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਸਮਝਦਾ ਵੀ ਇਕੱਲੇ ਬਹਿ ਕੇ ਕੰਧ ਵੱਲ ਮੂੰਹ ਕਰਕੇ ਚੌਂਕੜਾ ਮਾਰ ਕੇ ਮਾਲਾ ਫੇਰੀ ਜਾਣੀ ਇਹ ਕੋਈ ਵੱਡੀ ਤਪੱਸਿਆ ਨਹੀਂ ਹੈ। ਤਪੱਸਿਆ ਤਾਂ ਇਹ ਹੈ ਜੋ ਸੰਗਤ ਦੀ ਸੇਵਾ ਕਰਨੀ ਹੈ। ਇਹ ਨਹੀਂ ਵੀ ਲੋਕਾਂ ਤੋਂ ਆਪਦੇ ਟੱਬਰ ਤੋਂ ਭੱਜ ਕੇ ਪਹਾੜਾਂ ਜਾ ਕੇ ਲੁਕ ਜਾਣਾ। ਮਹਾਰਾਜ ਨੂੰ ਵੀ ਸਿੱਧਾ ਨੇ ਆਖਿਆ ਸੀਗਾ ਵੀ ਤੁਸੀਂ ਗੁਫਾ ਦੇ ਵਿੱਚ ਬੈਠ ਕੇ ਸਾਡੇ ਵਾਂਗ ਲੋਕੇ ਰਹੋ, ਕੋਈ ਇੱਕ ਅੱਧਾ ਆਉਂਦਾ ਤਾਂ ਉਹਨੂੰ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਕੋਈ ਚੋਰੀ ਦਾ ਮਾਲ ਥੋੜੋ ਆ, ਬੈਸ ਗੁਫਾ ਮੇਂ ਆਖੋਂ ਕੈਸਾ ਸਾਗਰ ਡੂਗਰ ਨਿਰਭਉ ਐਸਾ। ਜੇ ਤੁਹਾਨੂੰ ਰੱਬ ਨੇ ਦਾਤ ਦਿੱਤੀ ਹੈ ਤੇ ਉਹਨੂੰ ਦੋਵਾਂ ਹੱਥਾਂ ਦੇ ਨਾਲ ਵੰਡੋ। ਵੰਡਣ ਦੇ ਨਾਲ ਗੁਰੂ ਘਰ ਦੀ ਦਾਤ ਮੁੱਕਦੀ ਨਹੀਂ ਹੈ। ਖਾਵੇ ਖਰਚੇ ਰਲ ਮਿਲ ਭਾਈ, ਇਹ ਸਾਡਾ ਸੁਭਾਅ ਹੈ, ਚਿੜੀ ਵਰਗਾ ਦਿਲ ਹੈ। ਜੇ ਰੱਬ ਨੇ ਦਿੱਤਾ ਤੇ ਉਹਨੂੰ ਆਪ ਦੀ ਜੇਬ 'ਚ ਰੱਖਣਾ, ਜਿੰਦਰੇ ਵਿੱਚ ਰੱਖਣਾ, ਆਪਦੇ ਘਰ ਸਾਂਭ ਕੇ ਰੱਖਣਾ। ਉੱਲੀ ਭਾਵੇਂ ਲੱਗ ਜਾਏ, ਖਰਾਬ ਕਰਕੇ ਤੇ ਭਾਵੇਂ ਆਪਾਂ ਡਸਟਬਿਨ ਕਰ ਦਈਏ, ਪਰ ਕਿਸੇ ਨੂੰ ਹੱਥ ਨਾਲ ਦੇਣਾ ਨਹੀਂ। ਸ਼ਾਇਦ ਕਰਮਾਂ 'ਚ ਹੀ ਨਹੀਂ ਰੱਬ ਨੇ ਲਿਖਿਆ ਦਾਨ ਪੁੰਨ। ਅਤੇ ਕਬੀਰ ਜੀ ਕਹਿੰਦਾ ਵੀ ਬਹੁਤੀਆਂ ਜ਼ਿਆਦੀਆਂ ਪੈਲੀਆਂ ਦੀਆਂ ਜਾਂ ਕੋਠੀਆਂ ਦੀ ਲੋੜ ਨਹੀਂ ਹੈ, ਦਿਲ ਬੰਦੇ ਦਾ ਵਿਸ਼ਾਲ ਹੋਣਾ ਚਾਹੀਦਾ ਸੇਵਾ ਕਰਨ ਵਾਸਤੇ। ਅਤੇ ਇਸ ਵਾਸਤੇ ਸਾਧੂ ਸੰਤ ਆਉਂਦੇ ਤੇ 1 ਮੰਦਰ 1 ਬਾਟ, ਹਮਕੋ ਸਾਥਰ ਉनको ਖਾਟ, ਹਮਕੋ ਚਾਬਣ ਉनको ਰੋਟੀ। ਸੋ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਦਾ ਇਲਾਮਾ ਸੀਗਾ, ਮੰਜੇ 2 ਹੀ ਜਾਂ 4 ਹੀ ਘਰ 'ਚ ਹੁੰਦੇ, ਕੋਈ ਸਰਾਂ ਥੋੜੋ ਸੀਗੀ ਵੀ ਸਰਾਂ ਦੇ ਵਿੱਚ ਬਹੁਤਾ ਪ੍ਰਬੰਧ ਹੋਵੇ। ਉਹੀ ਮੰਜੇ ਸੰਤਾਂ ਨੂੰ ਡਾਹ ਦੇਣੇ ਅਤੇ 2 ਰੋਟੀਆਂ ਜਿੰਨੀ ਕਣਕ ਦਾ ਆਟਾ ਹੋਣਾ ਉਹੀ ਪਕਾ ਕੇ ਸੰਤਾਂ ਨੂੰ ਖਿਲਾ ਦੇਣੀਆਂ। ਅਤੇ ਆਪ ਸਤਿਨਾਮ ਵਾਹਿਗੁਰੂ, ਨਿਆਣਿਆਂ ਨੇ ਮੰਗਣਾ, ਕਹਿਣਾ ਛੋਲੇ ਚੱਬ ਲਓ, ਆਪ ਛੋਲੇ ਚੱਬ ਕੇ ਗੁਜ਼ਾਰਾ ਕਰ ਲੈਣਾ ਅਤੇ ਭੁੰਜੇ ਸੌਂ ਕੇ। ਸਾਡੇ ਘਰ ਮਹਾਰਾਜ ਦਾ ਅਖੰਡ ਪਾਠ ਵੀ ਰੱਖਿਆ ਹੋਵੇ ਅਤੇ ਆਪਾਂ ਬੈੱਡਾਂ 'ਤੇ ਬੈਠ ਕੇ TV ਵੇਖਦੇ ਹਾਂ, ਇੱਕ ਪਾਸੇ ਪਾਠੀ ਪਾਠ ਕਰਦਾ ਹੁੰਦਾ, ਕਦੋਂ ਆਉਂਦਾ ਕਦੋਂ ਜਾਂਦਾ ਸਾਨੂੰ ਕੁਛ ਪਤਾ ਨਹੀਂ। ਇਹ ਰਿਵਾਜ ਬਣ ਗਿਆ। ਅਤੇ ਰਾਤ ਨੂੰ ਪਾਠ ਹੋ ਰਿਹਾ ਨਹੀਂ ਹੋ ਰਿਹਾ ਅਤੇ ਚੁੱਪ ਕਰਕੇ ਬੈੱਡਰੂਮ 'ਚ ਜਾ ਕੇ ਸੌਂ ਗਏ। ਪੁਰਾਣੇ ਲੋਕ ਹੁੰਦੇ ਸੀਗੇ। ਅਤੇ ਆਪਾਂ ਤਾਂ ਜਿੱਥੇ ਅਖੰਡ ਪਾਠ ਰੱਖਣਾ ਕਹਿਣਾ ਦਰੀ ਵਿਛਾ ਲਓ ਅਤੇ ਸਾਰਾ ਟੱਬਰ ਇੱਥੇ ਆ ਕੇ ਬਹਿ ਜਾਓ ਭਾਈ, ਨੀਂਦ ਆਈ ਹੈ ਅਤੇ ਇੱਥੇ ਹੀ ਬਿਸਤਰਾ ਲਾ ਕੇ ਆਪ ਭੁੰਜੇ ਪਾਓ। ਅਤੇ ਜਿਹੜਾ ਬਾਹਰੋਂ ਆਇਆ ਉਹਨੂੰ ਆਰਾਮ ਦੀ ਲੋੜ ਹੈ, ਜਿਹਨੇ ਪਾਠ ਕਰਨਾ ਨੀਂਦ ਤਾਂ ਉਹਨੂੰ ਚਾਹੀਦੀ ਹੈ। ਵਿਹਲੇ ਬੰਦਿਆਂ ਨੂੰ ਕਾਹਦੀ ਨੀਂਦ ਹੈ? ਤੁਹਾਡੇ ਘਰ ਅਖੰਡ ਪਾਠ ਰੱਖਿਆ, ਕਾਹਦੇ ਲਈ ਮਹਾਰਾਜ ਪ੍ਰਕਾਸ਼ ਹੋਇਆ? ਘਰਦਿਆਂ ਨੂੰ ਤਾਂ ਪਾਠ ਸੁਣਨਾ ਚਾਹੀਦਾ ਨਾ ਭਾਈ। ਜਿਹਨੇ ਕਰਨਾ ਹੈ ਉਹ ਖੜੀ ਲੱਤ ਹੈ, ਅਤੇ ਉਹ ਜਿਹਨੇ ਕਰਨਾ ਨਹੀਂ ਹੈ ਉਹ ਆਰਾਮ ਦੇ ਨਾਲ ਸੁੱਤਾ ਪਿਆ ਹੈ। ਸਤਿਗੁਰੂ ਰਹਿਮਤ ਕਰੇ। ਗੁਰ ਸੇਵਾ ਤਪਾ ਸਿਰ ਤਪਸਾਰ, ਇਹ ਬਖਸ਼ਿਸ਼ ਮਹਾਰਾਜ ਦੇ ਨਾਮ ਤੋਂ ਪ੍ਰਾਪਤ ਹੁੰਦੀ ਹੈ। ਨਾਮ ਰਤੇ ਸਦਾ ਤਪ ਹੋਇ, ਨਾਮ ਅਭਿਆਸ ਦੇ ਵਿੱਚ ਰਤੇ ਰਹਿਣ ਤੋਂ ਸਦਾ ਹੀ ਤਪ ਹੁੰਦਾ ਹੈ। ਨਾਮ ਰਤੇ ਸੱਚ ਕਰਨੀ ਸਾਰ, ਜੋ ਵਾਹਿਗੁਰੂ ਨਾਮ ਦੇ ਵਿੱਚ ਰੰਗੇ ਨੇ ਉਹਨਾਂ ਦੀ ਸੱਚੀ ਤੇ ਸ੍ਰੇਸ਼ਟ ਕਰਨੀ ਹੈ।
ਇਸੇ ਪ੍ਰਕਾਰ ਨਾਮ ਰਤੇ ਸੱਚ ਕਰਨੀ ਜੋ ਸਾਰ। ਵਾਹਿਗੁਰੂ ਨਾਮ ਦੇ ਵਿੱਚ ਰੰਗੇ ਹੋਏ ਨੇ ਉਹਨਾਂ ਦੀ ਸੱਚੀ ਕਮਾਈ ਹੈ ਔਰ ਉਹਨਾਂ ਨੂੰ ਸਿਧਾਂਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਸੇ ਪ੍ਰਕਾਰ ਨਾਮ ਰਤੇ ਸੱਚ ਕਰਨੀ ਸਾਰ। ਸੋ ਜੋ ਵਾਹਿਗੁਰੂ ਨਾਮ ਦੇ ਵਿੱਚ ਰਤੇ ਹੋਏ ਨੇ ਉਹਨਾਂ ਦੀ ਸਿਧਾਂਤ ਰੂਪ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੀ ਸੱਚੀ ਭਗਤੀ ਰੂਪ ਕਰਨੀ ਹੈ। ਨਾਮ ਰਤੇ ਗੁਣ ਗਿਆਨ ਵਿਚਾਰ। ਜੋ ਵਾਹਿਗੁਰੂ ਨਾਮ ਦੇ ਵਿੱਚ ਰੰਗੇ ਹੋਏ ਨੇ ਉਹ ਗਿਆਨ ਆਦਿ ਗੁਣਾਂ ਨੂੰ ਜਾਂ ਸਤਸੰਗ ਆਦਿਕ ਸ਼ੁਭ ਗੁਣ ਤੇ ਪ੍ਰੋਖ ਅਵਰੋਹ ਗਿਆਨ ਨੂੰ ਵਿਚਾਰਦੇ ਹਨ। ਇਸੇ ਪ੍ਰਕਾਰ ਨਾਮ ਰਤੇ ਗੁਣ ਗਿਆਨ ਵਿਚਾਰ। ਜੋ ਵਾਹਿਗੁਰੂ ਨਾਮ ਦੇ ਵਿੱਚ ਰਤੇ ਨੇ ਉਹਨਾਂ ਨੂੰ ਸਤਸੰਗ ਆਦਿਕ ਸ਼ੁਭ ਗੁਣ ਅਪਰੋਖ ਗਿਆਨ ਅਤੇ ਸਤ ਵਸਤੂ ਦਾ ਵਿਚਾਰ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਨਾਮ ਰਤੇ ਗੁਣ ਗਿਆਨ ਵਿਚਾਰ। ਜੋ ਵਾਹਿਗੁਰੂ ਨਾਮ ਦੇ ਵਿੱਚ ਰਤੇ ਹੋਏ ਨੇ ਉਹਨਾਂ ਨੂੰ ਪਰਮਾਰਥਕ ਤੇ ਸੰਸਾਰਕ ਵਿਹਾਰਾਂ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਬਿਨ ਨਾਵੈ ਬੋਲੇ ਸਭ ਵਿਕਾਰ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਨਾਮ ਤੋਂ ਬਿਨਾ ਜੋ ਵੀ ਬਚਨਾਂ ਦਾ ਬੋਲਣਾ ਹੈ ਇਹ ਸਭ ਵਿਅਰਥ ਹੈ, ਫਜ਼ੂਲ ਹੈ। ਕਹਿੰਦੇ ਬੋਲਤ ਬੋਲਤ ਬੜੇ ਵਿਕਾਰ, ਬਿਨ ਬੋਲੀ ਕਹਿ ਕਰੇ ਵਿਚਾਰ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿੰਨੇ ਵੀ ਝਗੜੇ ਨੇ, ਲੜਾਈਆਂ ਨੇ, ਇਹ ਸਭ ਬੋਲ ਬਾਣੀ ਤੋਂ ਹੀ ਉਤਪੰਨ ਹੁੰਦੀਆਂ ਨੇ। ਆਪਾਂ ਗੱਲ ਕਰ ਬੈਠਦੇ ਹਾਂ ਪਰ ਇਹੋ ਜਿਹਾ ਕਾਬੂ ਆਉਂਦੇ ਆ ਮੁੜ ਕੇ ਛੁੱਟਣਾ ਔਖਾ ਹੋ ਜਾਂਦਾ। ਮਾਫੀ ਮੰਗ ਕੇ ਵੀ ਨਹੀਂ ਛੁੱਟਿਆ ਜਾਂਦਾ। ਇਸ ਲਈ ਜੇ ਨਾ ਹੀ ਬੋਲੀਏ ਤਾਂ ਕਿੰਨਾ ਚੰਗਾ ਹੋਏ। ਕਬੀਰ ਜੀ ਕਹਿੰਦੇ ਨੇ ਖਾਲੀ ਘੜਾ ਬੋਲਦਾ, ਭਰਿਆ ਹੋਇਆ ਤਾਂ ਕਦੀ ਵੀ ਨਾ ਬੋਲਦਾ ਨਾ ਡੋਲਦਾ। ਆ ਗਾਉਣ ਵਾਲੇ ਖਾਲੀ ਘੜੇ ਨੂੰ ਵਜਾਉਂਦੇ ਨੇ, ਭਰਿਆ ਘੜਾ ਤਾਂ ਨਹੀਂ ਬੋਲਦਾ ਨਾ ਡੋਲਦਾ। ਤੋ ਇਸ ਤਰ੍ਹਾਂ ਜਿਹੜਾ ਗੁਣਾਂ ਵਾਲਾ ਭਰਿਆ ਹੋਇਆ ਹੈ ਉਹ ਹਮੇਸ਼ਾ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਰੱਬ ਦੇ ਪਿਆਰ ਵਾਲੇ ਅੰਤਰਾਤਮੇ ਕਹਿੰਦੇ ਨੇ ਜਿਨ ਪ੍ਰਭ ਪਾਇਆ ਤਨੇ ਛਪਾਇਆ। ਸੋ ਜਿਨ੍ਹਾਂ ਨੇ ਮਹਾਰਾਜ ਨੂੰ ਪਾ ਲਿਆ, ਜਿਨ ਹਰ ਪਾਇਆ ਤਨੇ ਛਪਾਇਆ, ਉਹਨਾਂ ਲੁਕਾ ਕੇ ਰੱਖ ਲਿਆ। ਉਹਨਾਂ ਨੇ ਬੋਲ ਕੇ ਬਹੁਤਾ ਰੌਲਾ ਨਹੀਂ ਪਾਇਆ ਕਿਉਂਕਿ ਬੋਲਣ ਦੇ ਨਾਲ ਗੁਣ ਘਟਦੇ ਹਨ, ਕਮਾਈ ਘਟਦੀ ਹੈ। ਜਦ ਪੂਜਾ ਵੱਧ ਜਾਂਦੀ ਤੇ ਫਿਰ ਕਮਾਈ ਛੁੱਟ ਵੀ ਜਾਂਦੀ ਹੈ। ਪਰ ਜਿੱਥੇ ਸੰਤ ਰੱਬ ਦੇ ਪਿਆਰੇ ਭਗਤੀ ਭਾਵ ਵਾਲੇ ਹੋਣ ਉੱਥੇ ਉਪਕਾਰ ਦੇ ਬਚਨਾਂ ਦੀ ਚਰਚਾ ਕਰਨੀ ਇਹ ਗੁਰਮਤਿ ਦਾ ਸਿਧਾਂਤ ਹੈ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਚਖ ਮਾਰੀ। ਸੰਤਾਂ ਨਾਲ ਬੋਲਣਾ ਉਪਕਾਰ ਹੈ ਪਰ ਮੂਰਖਾਂ ਨਾਲ ਬੋਲਣਾ ਝੱਖਾਂ ਮਾਰਨੀਆਂ ਨੇ। ਗਾਲੀ ਅਲਪ ਲਾਲੀ ਆ ਕੰਮ ਨਾ ਆਵੇ ਮਿੱਤ। ਐ ਮੇਰੀ ਮਿੱਤਰਾ ਫਜ਼ੂਲ ਦੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ। ਇਸ ਲਈ ਜੋ ਵਾਹਿਗੁਰੂ ਨਾਮ ਤੋਂ ਬੋਲਣਾ, ਇਹਦੇ ਤੋਂ ਬਗੈਰ, ਬਾਣੀ ਤੋਂ ਬਗੈਰ ਬੋਲਣਾ, ਇਹ ਸਭ ਵਿਅਰਥ ਹੈ, ਸਭ ਵਿਕਾਰ ਰੂਪ ਹੈ, ਸਭ ਫਜ਼ੂਲ ਹੈ। ਨਾਨਕ ਨਾਮ ਰਤੇ ਤਿਨ ਕਉ ਜੈਕਾਰ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਜੋ ਵਾਹਿਗੁਰੂ ਨਾਮ 'ਚ ਰਤੇ ਹੋਏ ਨੇ ਤਿਨਾਂ ਦੀ ਜੈ ਜੈਕਾਰ ਹੁੰਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਭ ਕੋਈ ਉਹਨਾਂ ਦੀ ਜੈ ਜੈਕਾਰ ਕਰਦਾ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਅਮਨ ਕਾ ਇਹ ਸੁਆਓ, ਜਨ ਕੈ ਸੰਗ ਜਿਤ ਆਵੈ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ ਹੀ ਸਾਰੇ ਕਰਦੇ ਨੇ।
ਨਮਸਕਾਰ ਤਾਕੋ ਲਖ ਬਾਰ, ਇਹ ਮਨ ਦੀਜੈ ਆਪਣਾ ਵਾਰ। ਜਾਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਪਵ ਜਲ ਤਾਰੇ। ਜੋ हमको हर नाम चितारे, ओए साजन ओए मीत प्यारे। जो हमको हर नाम चितारे रहाओ। जाका शब्द सुनत सुख सारे, जाकी टहल जमदूत बधारे। जाकी तीर किस्मने सिधारे, ते जाके संग मुख जलारे। ਇਹੋ ਜਿਹੇ ਸੋ ਮਹਾਂਪੁਰਖ ਰੱਬ ਦੇ ਪਿਆਰ ਵਾਲੇ, ਉਹਨਾਂ ਦੀ ਲੋਕ ਪਰਲੋਕ ਜੈ ਜੈਕਾਰ, ਉਹਨਾਂ ਨੂੰ ਨਮਸਕਾਰ ਹੈ। ਨਾਮ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਜੀ? ਜਿਸ ਨਾਮ ਦੀ ਆਪ ਇੰਨੀ ਮਹਿਮਾ ਕਰ ਰਹੇ ਹੋ, ਉਹਦੀ ਪ੍ਰਾਪਤੀ ਬਾਬਤ ਵੀ ਦੱਸੋ। ਤਾਂ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਗੁਰ ਤੇ ਨਾਮ ਪਾਇਆ ਜਾਏ। ਇਹ ਸਿੱਧੋ, ਇਹ ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਨਾਮ ਹੈ, ਇਹ ਪੂਰਨ ਸਤਿਗੁਰਾਂ ਤੋਂ ਹੀ ਪਾਇਆ ਜਾ ਸਕਦਾ ਹੈ। ਸਤਿਗੁਰ ਬੱਝ ਹੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਉ ਬੁਰਾ। ਪੂਰਾ ਪ੍ਰਭ ਯਾਰਾ ਦਿਆ, ਪੂਰਾ ਕੀਆ ਪ੍ਰਭ ਆਪ। ਨਾਨਕ ਪੂਰਾ ਪਾਇਆ। ਤੇ ਇਉਂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਪੂਰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਹਦੇ ਵਿੱਚ ਕੋਈ ਵਿਕਾਰ ਨਹੀਂ ਹੈ, ਪੂਰਾ ਉਹ ਹੁੰਦਾ ਹੈ ਜਿਹੜਾ ਵਿਕਾਰਾਂ ਤੋਂ ਬਿਨਾਂ ਹੋਵੇ। ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ਼ ਕੇ। ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ। ਵਿਸ਼ਨੂੰ ਤੋਂ ਲੈ ਕੇ ਬ੍ਰਹਮਾ ਸ਼ਿਵ ਜੀ ਇੰਦਰ ਤੱਕ ਜਿੰਨੇ ਵੀ ਦੇਵੀ ਦੇਵਤੇ ਮਨੁੱਖ ਦੈਂਤ ਹੋਏ ਨੇ, ਸਭ ਵਿਕਾਰੀ ਹੋਏ ਹਨ। ਸਾਰਿਆਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਹਾਵੀ ਰਹੇ ਨੇ। ਇੱਕੋ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ, ਦਸੇ ਪਾਤਸ਼ਾਹੀਆਂ ਵਿਕਾਰਾਂ ਤੋਂ ਰਹਿਤ ਹੋਈਆਂ ਨੇ, ਜਿਨ੍ਹਾਂ ਵਿੱਚ ਕੋਈ ਕਾਮ ਦਾ ਫੁਰਨਾ ਨਹੀਂ, ਕੋਈ ਕ੍ਰੋਧ ਨਹੀਂ ਹੈ, ਕੋਈ ਲੋਭ ਲਾਲਚ ਨਹੀਂ ਹੈ, ਕੋਈ ਮੋਹ ਨਹੀਂ, ਕੋਈ ਹੰਕਾਰ ਨਹੀਂ। ਤੋ ਸਤਿਗੁਰੂ ਮਹਾਰਾਜ ਵਿਕਾਰਾਂ ਵਾਲੇ ਜੀਵਨ ਤੋਂ ਰਹਿਤ ਹਨ, ਤੇ ਸਿੱਖਾਂ ਨੂੰ ਵੀ ਬਖਸ਼ਿਸ਼ ਕਰਕੇ ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹੀਂ ਕਹਿ ਕੇ ਸਾਧ ਸੰਗਤ ਜੀ ਰਹਿਤ 'ਚ ਪਰਪਾ ਕੀਤਾ। ਤੇ ਸਿੱਖ ਪਿਆਰਾ ਨਾਹੀਂ ਮਮ ਰਹਿਤ ਪਿਆਰੀ ਆਹੇ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੇ ਅਗ ਪਾਪ ਸਕਲ ਮਲ। ਕਾਮ ਕ੍ਰੋਧ ਯਾਰ ਲੋਭ ਮੋਹ, ਵਸ ਕਰੈ ਸਭੈ ਬਲ। ਆਪ ਤਾਂ ਗੁਰੂ ਸਾਹਿਬ ਦਾ ਜੀਵਨ ਉੱਚਾ ਸੁੱਚਾ ਹੈ ਹੀ ਹੈ, ਥੱਲੇ ਮਾਂਜ ਕੇ ਲਿਆ। ਤੇ ਜਿਹਦੇ ਤੇ ਕਿਰਪਾ ਕਰਦੇ ਹਨ, ਉਹਨਾਂ ਦੇ ਵੀ ਵਿਕਾਰ ਵਸ ਵਿੱਚ ਕਰ ਦਿੰਦੇ ਨੇ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਮਿ ਦਰਿਆਉ, ਜਨਮ ਹਮ ਕਾਲਖ ਧੋਵੈ। ਸੁਖ ਹੋਟਲ ਗੁਰ ਸੇਵੀਐ, ਐਹਨੇ ਸਹਿਜ ਸੁਭਾਏ। ਦਰਸ਼ਨ ਬਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਚੇ ਪਾਤਸ਼ਾਹ ਜੀ ਜੇ ਤੇ ਕਿਰਪਾ ਕਰ ਦੇਣ, ਉਹਦੇ ਜੰਮਣ ਦੇ ਮਰਨ ਦੇ ਦੁੱਖ ਚਲੇ ਜਾਂਦੇ ਹਨ। ਸਾਧ ਸੰਗਤ ਜੀਓ, ਕਲਗੀਧਰ ਦਸ਼ਮੇਸ਼ ਪਿਤਾ ਵੇਖੋ, ਆਪਦੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਵੀ ਸਬਰ ਸੰਤੋਖ ਦੇ ਸਹਿਤ ਚੜ੍ਹਦੀ ਕਲਾ ਦੇ ਵਿੱਚ ਰਹੇ, ਤੇ ਹਮੇਸ਼ਾ ਨਿਮਰਤਾ ਦੇ ਵਿੱਚ ਬਚਨ ਉਚਾਰੇ। ਗੋਬਿੰਦ ਦਾਸ ਤੁਹਾਰ ਆਦਿਕ, ਨਾਨਕ ਦਾਸ ਇਹ ਸੁਖ ਮੰਗੈ। ਮੋਕੋ ਕਰ ਸੰਦਨ ਕੀ ਧੋਰੇ। ਕੋਈ ਪੂਜਾ ਦਾ, ਕੋਈ ਮਾਇਆ ਧੇਲੇ ਦਾ ਲਾਲਚ ਨਹੀਂ ਕੀਤਾ। ਅੱਜ ਕੱਲ੍ਹ ਜੋ ਬਾਬਿਆਂ ਦੀ ਕਲਾਸ ਹੈ, ਇਹਨਾਂ ਦਾ ਮਤਲਬ ਪੂਜਾ ਕਰਾਉਣੀ, ਪੈਸਾ ਇਕੱਠਾ ਕਰਨਾ। ਪਰ ਸਾਡੇ ਗੁਰੂਆਂ ਨੇ, ਸਾਧ ਸੰਗਤ ਜੀਓ, ਗੁਰਤਾ ਗੱਦੀ ਨੂੰ ਮਾਇਆ ਦਾ, ਪੂਜਾ ਦਾ ਸਾਧਨ ਨਹੀਂ ਬਣਾਇਆ। ਜੋ ਕੁਛ ਵੀ ਆਉਂਦਾ ਜਾਂਦਾ ਖੂਹ ਲਵਾ ਦਿੰਦੇ, ਬਾਗ ਲਵਾਉਂਦੇ। ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਭਾਅ ਸੀਗਾ, ਜਿਨ੍ਹਾਂ ਦਾ 400 ਸਾਲਾ ਮਨਾਇਆ ਸੰਗਤਾਂ ਨੇ। ਜਿੱਥੇ ਪੈਸਾ ਇਕੱਠਾ ਹੁੰਦਾ ਉੱਥੇ ਕਹਿੰਦੇ ਬਾਗ ਲਵਾ ਦਿਓ, ਖੂਹ ਲਵਾ ਦਿਓ। ਤੇ ਅਨੰਦਪੁਰ ਸਾਹਿਬ ਦੀ ਜ਼ਮੀਨ ਮੁੱਲ ਖਰੀਦ ਕੇ ਵੇਖੋ ਸੰਗਤਾਂ ਦੇ ਭਲੇ ਲਈ ਕਿਆ ਸੋਹਣਾ ਨਗਰ ਵਸਾਇਆ। ਹੁਣ ਤੱਕ ਸੰਗਤਾਂ ਆਨੰਦ ਲੈ ਰਹੀਆਂ ਨੇ। ਇੰਝ ਕੋਈ ਲੋਭ ਲਾਲਚ ਵੀ ਨਹੀਂ, ਕੋਈ ਹੰਕਾਰ ਵੀ ਨਹੀਂ ਹੈ। ਇਉਂ ਚੜ੍ਹਦੀ ਕਲਾ ਵਾਲਾ ਜੀਵਨ ਹੋਇਆ ਦਸੇ ਪਾਤਸ਼ਾਹੀਆਂ ਦਾ। ਤੋ ਇੰਝ ਜਿਹੜੇ ਪੂਰੇ ਗੁਰੂ ਸਾਹਿਬ ਜੀ ਵਿਕਾਰੀ ਜੀਵਨ ਤੋਂ ਰਹਿਤ ਨੇ, ਉਹਨਾਂ ਤੋਂ ਵਾਹਿਗੁਰੂ ਨਾਮ ਪਾਇਆ ਜਾਂਦਾ। ਕਿਹੜਾ ਗੁਰੂ ਸਾਹਿਬ ਹੈ? ਗੁਰੂ ਦੇ ਲੱਛਣ
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਰਦੇ ਨੇ। ਗੌੜੀ ਬੈਰਾਗਣ ਮਹੱਲਾ ਚੌਥਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਜਿਹਦੇ ਮਿਲਦਿਆਂ ਹੀ ਆਨੰਦ ਹੋਵੇ ਉਹਨੂੰ ਸਤਿਗੁਰੂ ਕਹੀਦਾ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਮਨ ਦੀ ਦਵੈਤ ਖਤਮ ਹੋ ਜਾਏ ਤੇ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਏ। ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ, ਓ ਖਿਨ ਖਿਨ ਕਰੀ ਨਮਸਕਾਰ। ਮੇਰਾ ਗੁਰ ਪੂਰਾ ਕਿਉਂ ਮਿਲੈ ਰਹਾਉ, ਕਰ ਕਿਰਪਾ ਹਰ ਮਿਲਿਆ ਮੇਰਾ ਸਤਿਗੁਰ ਪੂਰਾ। ਇਸ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਰਾ। ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤੇ ਸਤਿਗੁਰ ਮਿਲੀਐ। ਟੋਟਾ ਮੂਲ ਨ ਆਵਈ ਹਰ ਲਾਭ ਨਿਦ੍ਰਿੜੀਐ। ਜਿਸ ਕੋ ਹਿਰਦੈ ਵਿਗਾਸ ਹੈ ਭਉ ਦੂਜਾ ਨਾਹੀ, ਨਾਨਕ ਤਿਸ ਗੁਰ ਮਿਲਿ ਉਧਰੈ ਹਰ ਗੁਣ ਗਾਵਾਹੀ। ਐਸੇ ਗੁਰੂ ਸਾਹਿਬ ਤੋਂ ਪੂਰੇ ਗੁਰ ਤੇ ਨਾਮ ਪਾਇਆ ਜਾਏ, ਵਾਹਿਗੁਰੂ ਨਾਮ ਪਾਇਆ ਜਾਂਦਾ ਹੈ। ਜੋਗ ਜੁਗਤ ਸਚ ਰਹਿ ਸਮਾਈ। ਜਿਨ੍ਹਾਂ ਨੇ ਗੁਰਾਂ ਪਾਸੋਂ ਨਾਮ ਪਾਇਆ ਉਹ ਜੋਗ ਵਿੱਚ ਜੁੜ ਕੇ ਸੱਚ ਸਰੂਪ ਦੇ ਵਿੱਚ ਭੇਦ ਹੋਏ ਰਹਿੰਦੇ ਨੇ, ਜਾਂ ਜਿਹੜੇ ਸੱਚ ਦੇ ਵਿੱਚ ਭੇਦ ਹੋਏ ਰਹਿੰਦੇ। ਅਸਲੀ ਜੋਗ ਦੀ ਜੁਗਤੀ ਉਹਨਾਂ ਕੋਲ ਹੀ ਹੈ, ਜਾਂ ਇਹੀ ਜੁੜਨੇ ਯੋਗ ਪਰਮੇਸ਼ਰ ਦੇ ਵਿੱਚ ਜੁੜਨ ਦੀ ਜੁਗਤੀ ਹੈ ਜੋ ਹਰ ਵਕਤ ਬਿਰਤੀ ਸੱਚ ਵਿੱਚ ਸਮਾਈ ਰਹੇ। ਜਾਂ ਜੋ ਨਾਮ ਦੇ ਮੇਲ 'ਚ ਜੁੜਦੇ ਮਿਲਦੇ ਉਹ ਸੱਚ ਸਰੂਪ ਦੇ ਵਿੱਚ ਸਮਾਏ ਰਹਿੰਦੇ ਨੇ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਇਕ ਚਿਤੈ ਲਿਵ ਲਾਵੈ। ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਅਨੰਤ ਹਾਵੈ। ਨਿਰੰਕਾਰ ਕੈ ਬਸੈ ਦੇਸ ਹੁਕਮ ਬੁਝ ਵਿਚਾਰ ਪਾਵੈ। ਕਲ ਮਾਹੀ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ। ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ। ਇਹ ਗੁਰੂ ਸਾਹਿਬ ਦੀ ਕਿਰਪਾ ਹੈ। ਜੋਗ ਜੁਗਤ ਸਚ ਰਹਿ ਸਮਾਈ। ਜੋ ਨਾਮ ਦੇ ਮੇਲ ਵਿੱਚ ਜੁੜਦੇ ਨੇ ਮਿਲਦੇ ਨੇ ਉਹ ਸੱਚ ਸਰੂਪ ਦੇ ਵਿੱਚ ਸਮਾਈ ਰਹਿੰਦੇ ਹਨ। ਜੋਗ ਬਾਰਹ ਮਹਿ ਜੋਗੀ ਪਰਮਾਏ। ਜੋਗੀ ਜਨ 12 ਪੰਥਾਂ 'ਚ ਭਰਮਦੇ ਫਿਰਦੇ ਹਨ। ਸੰਨਿਆਸੀ 6-4 ਅਤੇ ਸੰਨਿਆਸੀ ਤਿਆਗੀ 6 ਤੇ 4 ਮਤਲਬ 10 ਪੰਥਾਂ 'ਚ ਭਰਮਦੇ ਰਹਿੰਦੇ ਹਨ। ਹੇਤ ਪਾਵਾ ਆਈ ਕੰਮਿਆ ਪਾਗਲ ਗੋਪਾਲ ਦਾਸ ਕੰਬੜੀ ਜਾਂ ਕੰਥੜੀ ਬੰਨ ਧਵਜ ਚੋਲੀ ਰਾਵਲ। ਇਹ ਜੋਗੀਆਂ ਦੇ 12 ਬੰਦ। ਸੰਨਿਆਸੀਆਂ ਦੇ ਤੀਰਥ ਆਸ਼ਰਮ ਬਨ ਆਰਨੀ ਅੰਗੀਰ ਪਰਬਤ ਸਾਗਰ ਸਰਵਸਤੀ ਪਾਰਵਤੀ ਪੁਰੀ। ਇਹ 10 ਪੰਥ ਹਨ। ਗੁਰ ਕੈ ਸ਼ਬਦ ਜੋ ਮਾਰ ਜੀਵੈ। ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜਿਹੜੇ ਜੀਵਤ ਭਾਵ ਤੋਂ ਮਰ ਜਾਂਦੇ ਨੇ ਸੋ ਪਾਏ ਮੋਖ ਦੁਆਰ। ਉਹ ਮੁਕਤੀ ਦਾ ਦਰਵਾਜ਼ਾ ਗਿਆਨ ਪਾ ਸਕਦੇ, ਉਹ ਦਰਵਾਜ਼ਿਆਂ ਵਾਲੇ ਸੰਸਾਰ ਅੰਦਰ ਮੁਕਤੀ ਪਾ ਸਕਦੇ ਹਨ। ਬਿਨ ਸ਼ਬਦੈ ਸਭ ਦੂਜੈ ਲਾਗੇ। ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਸਾਰੇ ਦਵੈਤ ਭਾਵ ਦੇ ਵਿੱਚ ਲੱਗੇ ਹਨ। ਦੇਖਾਹੋ ਹਿਰਦੈ ਵਿਚਾਰ। ਸੰਸਾ ਹੋਵੇ ਤਾਂ ਇਸ ਗੱਲ ਨੂੰ ਹਿਰਦੇ ਵਿੱਚ ਵਿਚਾਰ ਕਰਕੇ ਵੇਖ ਲਵੋ। ਨਾਨਕ ਵੱਡੇ ਸੇ ਵਡ ਭਾਗੀ। ਸਤਿਗੁਰੂ ਜੀ ਕਥਨ ਕਰਦੇ ਉਹ ਪੁਰਖ ਲੋਕ ਪਰਲੋਕ ਵਿੱਚ ਵੱਡਿਆਂ ਤੋਂ ਵੱਡੇ ਕਰਮਾਂ ਵਾਲੇ ਹਨ। ਜਿਨੀ ਸੱਚ ਰਖਿਆ ਉਰ ਧਾਰ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਿਨ੍ਹਾਂ ਨੇ ਧਾਰਨ ਕਰਕੇ ਰੱਖਿਆ ਹੋਇਆ। ਦੁਨੀਆ ਦੀ ਨਿਗਾਹ ਵਿੱਚ ਕੌਣ ਵੱਡਾ? ਮਾਇਆ ਵਡਿਆਈ, ਪੈਸੇ ਦੀ ਵਡਿਆਈ ਹੈ। ਸੋ ਵੱਡਾ ਜਿਨ ਰਾਮ ਲਿਵ ਲਾਈ। ਪਰ ਗੁਰੂ ਮਹਾਰਾਜ ਦੇ ਘਰ ਵਿੱਚ ਕਹਿੰਦੇ ਉਹ ਵੱਡਾ ਹੈ ਜਿਹਨੇ ਰਮੇ ਹੋਏ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲਾਈ ਹੋਈ ਹੈ। ਨਾਮ ਨੂੰ ਜਪਦਿਆਂ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਹੈ। ਇੱਥੇ
ਸਿੱਧ ਗੋਸ਼ਟ ਨਾਮੀ ਗੁਰਬਾਣੀ ਦੀਆਂ 34 ਪੌੜੀਆਂ ਸੰਪੂਰਨ ਹੋਈਆਂ ਨੇ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ। ਅੱਗੇ ਤੋਂ ਸਮਤ ਬਖਸ਼ਣੀ। ਬਾਰਹ ਵਹ ਜੋਗੀ ਪਰਮਾਏ ਸੰਨਿਆਸੀ ਛੇ ਅਚਾਰ ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇ ਵਡ ਭਾਗੀ ਜਿਨੀ ਸੱਚ ਰੱਖਿਆ ਔਰ ਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ